परमेश्वर वफादार है, परमेश्वर वफादार है, जो तुहाडे सहन तो वध के कोई ऐसा परतावा आन जे सानू दुख आवे ना तुसीं कहना कि मैं सह सकदा हां, क्योंकि खुदा ने उन्ना ही दुख देना जिन्ना तुसीं सह सकते हो। बोलो जिन्ना असीं सह सकदे हां उन्ना ही परतावा देगा। जे परीक्षा आया ते कलाम अगे भी लिखदा है बच निकलन दा भी खुदा रस्ता कटेगा ताकि तुसीं सह सको। सृष्टि करता वफादार सृजनहार परमेश्वर है। आइए असी वचन जो पढ़ांगे नहम्याह दी किताब द बुक ऑफ नहमाया 9 बाब उसकी 33 आयत। एजरा नहम्याह चैप्टर 9 वर्स 33 9 ਦੀ 33 ਆਇਤ ਨੂੰ ਪੜੋ। ਤਾਂ ਵੀ ਜੋ ਕੁਝ ਸਾਡੇ ਤੇ ਵਰਤਿਆ ਉਸ ਵਿੱਚ ਤੂੰ ਧਰਮੀ ਹੈ, ਕਿਉਂ ਜੋ ਤੂੰ ਸਾਡੇ ਨਾਲ ਸਚਾਈ ਨਾਲ ਵਰਤਿਆ, ਪਰ ਅਸਾਂ ਦੁਸ਼ਟਪੁਣਾ ਕੀਤਾ। ਸਾਡੇ ਪਾਸ तो भी जो कुछ हम पर बीता है उसके विषय तू धर्मी है, तूने तो सच्चाई से काम किया है परंतु हमने दुष्टता की। इंग्लिश दे विच है फॉर यू आर फेथफुल, तू वफादार परमेश्वर है। तू कौन है? वफादार तू परमेश्वर। वफादार परमेश्वर है, तू विश्वास योग्य परमेश्वर है। आज असी परमेश्वर दे कलाम च सुनांगे कि ओ वफादार परमेश्वर है। हालेलुया। सारे बोलांगे ओ वफादार परमेश्वर है। ओ वफादार परमेश्वर है। हालेलुया। हालेलुया। 4-5 गल्लां तो मैं जल्दी समाप्त करांगा, लेकिन 4-5 गल्लां ਅਸੀਂ ਵੇਖਾਂਗੇ ਜੇ ਸਮਾਂ ਨੇ ਇਜਾਜ਼ਤ ਦਿੱਤਾ। ਪਵਿੱਤਰ ਬਾਈਬਲ ਦੇ ਵਿੱਚ ਕਿਤੇ-ਕਿਤੇ ਲਿਖਿਆ ਕਿ ਵਫਾਦਾਰ ਹੈ, ਕਿਹੜੀ ਗੱਲ ਦੇ ਵਿੱਚ ਉਹ ਵਫਾਦਾਰ ਹੈ। ਇਹ ਸਨ 2026 ਦੇ ਵਿੱਚ ਮੇਰੀ ਪ੍ਰਾਰਥਨਾ ਹੈ ਤੁਸੀਂ ਖੁਦਾ ਦੀ ਸੱਚਾਈ ਔਰ ਖੁਦਾ ਦੀ ਵਫਾਦਾਰੀ ਨੂੰ ਆਪਣੇ ਜੀਵਨ 'ਚ ਦੇਖਣੇ ਪਾਓ। आमीन। परमेश्वर वफादार है, वो विश्वास योग्य है। पहली गल वो वफादार वो विश्वास योग्य सृष्टि करता परमेश्वर है। पढ़ाएंगे पहला पत्रस 4 अध्याय 1 पीटर चैप्टर 4 वर्स 19। इसलिए जो परमेश्वर की इच्छा के अनुसार दुख उठाते हैं वे भलाई करते हुए अपने अपने प्राण को विश्वास योग्य सृजनहार के हाथ में सौंप दें। विश्वास योग्य सृजनहार के हाथ में सौंप दे। पहला पत्रस 4 दी 19 ਅਸੀਂ ਪੜਿਆ। ਪਤਰਸ ਸੰਤ ਪਤਰਸ ਇਹ ਚਿੱਠੀ ਨੂੰ ਲਿਖ ਰਿਹਾ ਹੈ। ਇਹ ਚਿੱਠੀ ਪਤਰਸ ਸਿਲਵਾਨੋਸ ਦੇ ਥਰੂ ਲਿਖ ਰਿਹਾ ਔਰ ਜਦੋਂ ਲਿਖ ਰਿਹਾ ਤੇ ਉਹ ਉਸ ਵੇਲੇ ਕਲੀਸਿਆ ਨੂੰ ਲਿਖ ਰਿਹਾ ਜਦੋਂ ਕਲੀਸਿਆ ਇੱਕ ਸਤਾਵ ਦੇ ਵਿੱਚੋਂ ਦੀ ਹੋ ਕੇ ਲੰਘ ਰਿਹਾ। ਪਤਰਸ ਨੇ ਜਦੋਂ ਇਹ ਪੱਤਰੀ ਨੂੰ ਲਿਖਿਆ ਚਿੱਠੀ ਨੂੰ ਲਿਖਿਆ ਤੇ ਕਿਹਾ ਜਾਂਦਾ ਹੈ ਕਿ ਸਨ 62 ਤੋਂ ਸਨ 64 ਈਸਵੀ ਦੇ ਦੌਰਾਨ ਲਿਖਿਆ। AD 62 ਬਿਟਵੀਨ AD 62 ਟੂ AD 64 ਦੇ ਵਿਚਕਾਰ ਇਹ ਚਿੱਠੀ ਨੂੰ ਉਸਨੇ ਲਿਖਿਆ ਪਹਿਲਾ ਪਤਰਸ। ਔਰ ਉਸ ਵੇਲੇ ਮਾਹੌਲ ਕੀ ਸੀ? AD 62 ਔਰ AD 64 ਦੇ ਦੌਰਾਨ ਮਸੀਹਾਂ ਦੇ ਉੱਤੇ ਬੜਾ ਸਤਾਵ ਆਇਆ। ਸਤਾਵ ਦੇਣ ਵਾਲਾ ਕੌਣ ਸੀ? ਨੀਰੋ ਬਾਦਸ਼ਾਹ ਸੀ। ਉਸ ਵੇਲੇ ਰੋਮ ਦੇ ਵਿੱਚ ਇੱਕ ਅੱਗ ਲੱਗੀ। ਜਦੋਂ ਅੱਗ ਲੱਗੀ ਤਾਂ ਉਹਦਾ ਸਾਰਾ ਦੋਸ਼ ਮਸੀਹਾਂ ਦੇ ਉੱਤੇ ਸੁੱਟਿਆ ਗਿਆ। ਔਰ ਤੁਸੀਂ ਵੀ ਅੱਜ ਜਾਣਦੇ ਹੋ ਮਾਈਨੋਰਿਟੀ ਘੱਟ ਗਿਣਤੀ 'ਚ ਜਿਹੜੀ ਆਬਾਦੀ ਹੋਣਗੇ ਉਹਨਾਂ ਉੱਤੇ ਸਭ ਤੋਂ ਪਹਿਲਾਂ ਉਂਗਲ ਕੀਤੀ ਜਾਂਦੀ। ਔਰ ਉਸ ਵੇਲੇ ਰੋਮ ਦੇ ਵਿੱਚ ਮਸੀਹ ਲੋਕ ਬਹੁਤ ਥੋੜੇ ਸਨ, ਲੇਕਿਨ ਪ੍ਰਭੂ ਦੇ ਵਿੱਚ ਬੜੇ ਪੱਕੇ ਸਨ। ਔਰ ਨੀਰੋ ਬਾਦਸ਼ਾਹ ਲੱਭ ਰਿਹਾ ਸੀ ਕਿ ਕਿਵੇਂ ਇਹਨਾਂ ਨੂੰ ਖਤਮ ਕੀਤਾ ਜਾਏ, ਕਿਵੇਂ ਇਹਨਾਂ ਨੂੰ ਸਤਾਇਆ ਜਾਏ, ਕਿਵੇਂ ਇਹਨਾਂ ਦੀ ਗਿਣਤੀ ਨੂੰ ਘਟਾਇਆ ਜਾਏ, ਕਿਵੇਂ ਇਹਨਾਂ ਨੂੰ ਤੰਗ ਕੀਤਾ ਜਾਏ। ਔਰ ਉਹ ਬਹਾਨਾ ਲੱਭ ਰਿਹਾ ਸੀ। ਰੋਮ 'ਚ ਅੱਗ ਲੱਗ ਗਈ, ਉਹਨੇ ਦੋਸ਼ ਸਾਰਾ ਕਿਹਨਾਂ ਉੱਤੇ ਸੁੱਟਤਾ? ਮਸੀਹਾਂ ਦੇ ਉੱਤੇ। ਕਹਿੰਦੇ ਕਿ ਇਹੀ ਲੋਕਾਂ ਨੇ ਅੱਗ ਲਗਾਈ। ਕਿ ਸਾਰੀ ਦੁਨੀਆ 'ਚ ਐਸਾ ਅੱਜ ਵੀ ਨਹੀਂ ਹੋ ਰਿਹਾ? ਅੱਜ ਵੀ ਇਹੀ ਕੰਮ ਹੋ ਰਿਹਾ, ਸਾਰੀ ਦੁਨੀਆ ਦੇ ਵਿੱਚ ਇਹੀ ਕੰਮ ਹੋ ਰਿਹਾ। ਸਾਡੇ ਮਸੀਹਾਂ ਨੂੰ, ਅਸੀਂ ਮਸੀਹ ਲੋਕ ਹਾਂ, ਪ੍ਰਭੂ ਦੇ ਵਿੱਚ ਚੱਲ ਰਹੇ ਹਾਂ, ਕੁਛ ਵੀ ਗੱਲਬਾਤ ਹੋ ਜਾਏ ਮਸੀਹਾਂ ਨੇ ਕੀਤਾ, ਮਸੀਹਾਂ ਦੇ ਉੱਤੇ ਮਾਈਨੋਰਿਟੀ ਦਾ ਦੋਸ਼ ਲਾਇਆ ਜਾਂਦਾ। ਅਸੀਂ ਸੜਕਾਂ ਦੇ ਉੱਤੇ ਹਾਲੇਲੂਇਆ ਵੀ ਕਹੀਏ, ਸਾਡਾ ਮਜ਼ਾਕ ਉਡਾਇਆ ਜਾਂਦਾ।
ਜੇ ਅਸੀਂ ਪਰਮੇਸ਼ਰ ਦੇ ਲੋਕ ਆ, ਆਪਣੇ ਆਫਿਸ ਦੇ ਵਿੱਚ, ਆਪਣੇ ਕੰਮ ਕਾਰੋਬਾਰ ਦੇ ਵਿੱਚ, ਜਿੱਧਰ ਵੀ ਅਸੀਂ ਹੋਈਏ, ਅਸੀਂ ਆਪਣੇ ਈਮਾਨ ਦੇ ਕਰਕੇ ਸਾਡੀ ਇੱਜ਼ਤ ਨਹੀਂ ਹੈ, ਈਮਾਨ ਦੇ ਕਰਕੇ ਸਾਡੀ ਨਿਰਾਦਰੀ ਕੀਤੀ ਜਾਂਦੀ। ਲੇਕਿਨ ਪਤਰਸ ਕੀ ਕਹਿ ਰਿਹਾ ਹੈ? ਉਸ ਵੇਲੇ ਇਹਨਾਂ ਦੁੱਖ ਸੀ, ਪੀੜਾ ਇੰਨੀਆਂ ਦਿੱਤੀਆਂ ਗਈਆਂ। ਕਿਹਾ ਜਾਂਦਾ ਨੀਰੋ ਬਾਦਸ਼ਾਹ ਦਾ ਮਹਿਲ ਦੇ ਪਿੱਛੇ ਇੱਕ ਬਾਗ ਸੀ, ਗਾਰਡਨ ਸੀ, ਇੱਕ ਬਹੁਤ ਵੱਡਾ ਬਾਗ ਸੀ। ਉਸਨੇ ਉਸ ਬਾਗ ਦੇ ਵਿੱਚ ਕਾਫੀ ਲੈਂਪ ਪੋਲਸ ਸੀ, ਖੰਭੇ ਲਗਾਏ ਸਨ, ਲਾਈਟ ਵਾਸਤੇ ਖੰਭੇ ਲਗਾਏ ਸਨ। ਲੇਕਿਨ ਉਸਨੇ ਮਸੀਹਾਂ ਨੂੰ ਫੜ ਕੇ ਜ਼ਿੰਦਾ ਉਸ ਖੰਭਿਆਂ ਦੇ ਉੱਤੇ ਟੰਗ ਦਿੱਤਾ, ਔਰ ਰਾਤ ਨੂੰ ਬਾਗ ਦੇ ਵਿੱਚ ਰੋਸ਼ਨੀ ਰਹੇ, ਜਿੰਦਾ ਉਹ ਜਲਾਂਦਾ ਸੀ, ਸਾੜਦਾ ਸੀ, ਖੰਭਿਆਂ ਦੇ ਉੱਤੇ ਟੰਗ ਕੇ ਮਸੀਹਾਂ ਨੂੰ ਸਾੜਦਾ ਸੀ, ਤਾਂ ਕਿ ਉਹਦੇ ਬਾਗ ਦੇ ਵਿੱਚ ਰੋਸ਼ਨੀ ਰਹੇ। ਨੀਰੋ ਬਾਦਸ਼ਾਹ ਦੇ ਸਮੇਂ ਹੀ ਪਤਰਸ ਮਾਰਿਆ ਗਿਆ। ਨੀਰੋ ਬਾਦਸ਼ਾਹ ਦੇ ਸਮੇਂ ਹੀ ਪਤਰਸ ਨੂੰ ਪੁੱਠਾ ਲਟਕਾਇਆ ਗਿਆ। ਜਦੋਂ ਉਸਨੂੰ ਸਲੀਬ ਦਾ ਹੁਕਮ ਹੋਇਆ, ਇਤਿਹਾਸ ਦੱਸਦਾ ਹੈ, ਕ੍ਰਿਸਚਨ ਹਿਸਟਰੀ ਬੁੱਕਸ ਦੱਸਦੀਆਂ ਹਨ, ਉਹਨੇ ਕਿਹਾ ਕਿ ਮੈਂ ਆਪਣੇ ਗੁਰੂ ਦੇ ਵਾਂਗੂ ਨਹੀਂ ਲਟਕਣਾ, ਗੁਰੂ ਨੂੰ ਮੇਰੇ ਸਿੱਧੇ ਲਟਕਾਇਆ, ਮੈਨੂੰ ਪੁੱਠਾ ਟੰਗ ਦਿਓ। ਮੈਂ ਪੁੱਠਾ ਟੰਗਾਣਾ ਮਨਜ਼ੂਰ ਹੈ, ਮਤਲਬ ਸਿਰ ਥੱਲੇ ਪੈਰ ਉੱਪਰ ਇਸ ਤਰ੍ਹਾਂ ਟੰਗ ਦਿਓ। ਕਰੂਸ ਉਹਦੀ ਪੁੱਠੀ ਲਗਾਈ ਗਈ। ਐਸੇ ਬੈਕਗ੍ਰਾਉਂਡ ਦੇ ਵਿੱਚ, ਐਸੇ ਪ੍ਰਿਸ਼ਠਭੂਮੀ ਦੇ ਵਿੱਚ ਸੰਤ ਪਤਰਸ ਇਹ ਚਿੱਠੀ ਲਿਖਦੇ ਹੋਏ ਕੀ ਕਹਿ ਰਿਹਾ ਹੈ? ਪਹਿਲਾ ਪਤਰਸ 4 ਬਾਬ ਉਹਦੀ 12 ਤੋਂ ਪੜੋ, ਕੀ ਲਿਖਿਆ ਹੈ? पढ़ो 4 तो 19 आयत में पढ़ो। हे प्रियो, जो दुख रूपी अग्नि तुम्हारे परखने के लिए तुम में भड़की है, हाँ। इससे ये समझकर अचंभा ना करो कि कोई अनोखी बात तुम पर बीत रही है। समझ रहे हो? वो बैकग्राउंड समझ रहे हो? ਜਿਹੜਾ ਮੈਂ ਬੈਕਗ੍ਰਾਉਂਡ ਪ੍ਰਿਸ਼ਠਭੂਮੀ ਤੁਹਾਨੂੰ ਦੱਸਿਆ ਕੀ ਮਾਹੌਲ ਸੀ, ਉਸ ਮਾਹੌਲ ਦੇ ਵਿੱਚ ਉਹ ਲਿਖ ਰਿਹਾ, ਕਹਿੰਦਾ ਜਿਹੜੀ ਦੁੱਖ ਰੂਪੀ ਅਗਨੀ ਤੁਹਾਡੇ ਪਰਖਣ ਦੇ ਲਈ ਤੁਹਾਡੇ ਉੱਤੇ ਭੜਕੀ ਹੈ, इससे ये समझकर अचंभा ना करो कि कोई अनोखी बात तुम पर बीती है। आगे, पर जैसे जैसे मसीह के दुखों में सहभागी होते हो आनंद करो, हाँ। जिससे उसकी महिमा के प्रकट होते समय भी तुम आनंदित और मगन हो। हाँ। फिर यदि मसीह के नाम के लिए तुम्हारी निंदा की जाती है तो तुम धन्य हो, हाँ। क्योंकि महिमा का आत्मा जो परमेश्वर का आत्मा है तुम पर छाया करता है। हालेलुया, हालेलुया। वो कहता जेकर ਤੁਹਾਡੀ ਨਿੰਦਾ ਕੀਤੀ ਜਾਂਦੀ ਹੈ, ਤੁਸੀਂ ਕੌਣ ਹੋ? ਮੁਬਾਰਕ ਹੋ, ਤੁਸੀਂ ਧਨ ਹੋ, क्योंकि महिमा ਦਾ ਆਤਮਾ ਜੋ ਪਰਮੇਸ਼ਰ ਦਾ ਆਤਮਾ ਹੈ ਤੁਹਾਡੇ ਉੱਤੇ छाया करता है। ਬੋਲੋ, ਤੁਹਾਡੇ ਉੱਤੇ ਛਾਇਆ ਕਰਦਾ ਹੈ। ਕਹਿੰਦਾ ਤੁਹਾਡੀ ਨਿੰਦਾ ਹੁੰਦੀ ਹੈ, FIR ਨਾ ਕਰਿਓ। ਤੁਹਾਡੀ ਨਿੰਦਾ ਹੁੰਦੀ ਹੈ, ਕੰਪਲੇਂਟ ਨਾ ਕਰਿਓ। ਇਹ ਦੁੱਖ ਆਂਦਾ ਹੈ, ਆਣ ਦਿਓ। ਕਿਉਂ? ਇਸ ਵਿੱਚ ਆਨੰਦਿਤ ਔਰ ਮਗਨ ਹੋ, ਕਿਉਂਕਿ ਖੁਦਾ ਦਾ ਆਤਮਾ ਤੁਹਾਡੇ ਉੱਤੇ ਛਾਇਆ ਕਰਦਾ ਹੈ। हालेलुया। ਅੱਗੇ ਪੜੋ, ਕੀ ਲਿਖਿਆ? तुम में से कोई व्यक्ति हत्यारा या चोर या कुकर्मी होने या पराये काम में हाथ डालने के कारण दुख ना पाए, हाँ। पर यदि मसीही होने के कारण दुख पाए तो लज्जित ना हो, हाँ। पर इस बात के लिए परमेश्वर की महिमा करे, हाँ। क्योंकि वह समय आ पहुंचा है कि पहले परमेश्वर के लोगों का न्याय किया जाए, और जबकि न्याय का आरंभ हम ही से होगा तो उनका क्या अंत होगा जो परमेश्वर के सुसमाचार को नहीं मानते। हाँ। और यदि धर्मी व्यक्ति ही कठिनाई से उद्धार पाएगा तो भक्तिहीन और पापी का क्या ठिकाना। हाँ। इसलिए जो परमेश्वर की इच्छा के अनुसार दुख उठाते हैं वे भलाई करते हुए अपने अपने प्राण को विश्वास योग्य सिरजनहार के हाथ में सौंप दे। ਹਾਲੇਲੂਇਆ। हालेलुया। ਉਹ ਕਹਿੰਦਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਕਹਿੰਦਾ ਕੋਈ ਇਨਸਾਨ ਦੁੱਖ ਪਾਵੇ ਤਾਂ ਮਸੀਹ ਲੋਕੋ ਹਥਿਆਰਾ, ਚੋਰ, ਕੁਕਰਮੀ, ਪਰਾਏ ਕੰਮ ਕਰਕੇ ਹੱਥ ਪਾਉਣ ਕਰਕੇ ਦੁੱਖ ਨਾ ਪਾਇਆ। ਮਤਲਬ ਤੁਸੀਂ ਇਹ ਕੰਮ ਦੇ ਵਿੱਚ ਹੱਥ ਨਾ, ਤੁਸੀਂ ਇਹ ਕੰਮ ਨਹੀਂ ਕਰਨੇ। ਪਰ ਜੇ ਤੁਸੀਂ ਮਸੀਹ ਹੋਣ ਕਰਕੇ ਦੁੱਖ ਪਾਉਂਦੇ ਹੋ, ਲੱਜਿਤ ਹੁੰਦੇ ਹੋ, ਕਹਿੰਦਾ ਤੁਸੀਂ ਸ਼ਰਮਿੰਦਾ ਨਾ ਹੋਣਾ। ਕਿਉਂ? ਕਿਉਂਕਿ ਇਸ ਗੱਲ ਦੇ ਵਿੱਚ ਪਰਮੇਸ਼ਰ ਦੀ ਕੀ ਹੋਏਗੀ? ਮਹਿਮਾ ਹੋਏਗੀ। ਇੱਕ ਦਿਨ ਖੁਦਾ ਨਿਆਂ ਕਰੇਗਾ। ਪਰ ਸਭ ਤੋਂ ਪਹਿਲਾਂ ਕਿਹਦਾ ਨਿਆਂ ਹੋਏਗਾ? ਪਰਮੇਸ਼ਰ ਦੇ ਲੋਕਾਂ ਦਾ ਨਿਆਂ ਹੋਏਗਾ। ਇਹ ਪਰਮੇਸ਼ਰ ਦੇ ਲੋਕਾਂ ਦਾ ਨਿਆਂ ਕਿਹਦੇ ਵਾਸਤੇ ਹੋਏਗਾ? ਮੁਕਟ ਦੇਣ ਦੇ ਵਾਸਤੇ, ਸਜ਼ਾ ਦੇਣ ਦੇ ਲਈ ਨਹੀਂ ਹੋਏਗਾ, ਪਰ ਪਰਮੇਸ਼ਰ ਦੇ ਲੋਕਾਂ ਦਾ ਨਿਆਂ ਉਹਨਾਂ ਨੂੰ ਇਨਾਮ ਦੇਣ ਵਾਸਤੇ ਹੋਏਗਾ। ਪਰ ਕਹਿੰਦਾ ਕਿ ਨਿਆਂ ਭਗਤਹੀਨ ਪਾਪੀਆਂ ਦਾ ਵੀ ਹੋਏਗਾ। ਉਹਨਾਂ ਦਾ ਅੰਤ ਕਿੰਨਾ ਮਾੜਾ ਹੋਏਗਾ, ਇਹ ਵੀ ਗੱਲ ਤੁਸੀਂ ਧਿਆਨ ਰੱਖਣਾ। ਫਿਰ ਉਹ ਲਿਖਦਾ ਹੈ
ਜੋ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਦੁੱਖ ਉਠਾਉਂਦੇ ਨੇ, ਭਲਾਈ ਕਰਦੇ ਕਰਦੇ ਆਪਣੇ ਪ੍ਰਾਣਾਂ ਨੂੰ ਵਿਸ਼ਵਾਸ ਹੋ ਗਏ ਵਫਾਦਾਰ ਸਿਰਜਣਹਾਰ ਦੇ ਹੱਥ ਵਿੱਚ ਕੀ ਕਰ ਦਿਓ? सौंप दियो। ਮੇਰੇ ਪਿਆਰੇ ਅਜ਼ੀਜ਼ੋ, ਅਸੀਂ ਆਪਣੇ ਆਪ ਨੂੰ ਵਿਸ਼ਵਾਸ ਹੋ ਗਏ ਵਫਾਦਾਰ ਸਿਰਜਣਹਾਰ ਦੇ ਹੱਥ 'ਚ ਸੌਂਪਣਾ। ਵਫਾਦਾਰ ਸਿਰਜਣਹਾਰ ਦੀ ਗੱਲ ਕਿਉਂ ਕਹੀ? ਦੁੱਖ ਉਠਾਉਣ ਵਾਲੇ ਵਿਸ਼ਵਾਸੀਆਂ ਨੂੰ ਕਹਿ ਰਿਹਾ ਹੈ, ਜੇਕਰ ਖੁਦਾ ਇਸ ਸ੍ਰਿਸ਼ਟੀ ਨੂੰ ਸਿਰਜ ਕੇ, ਇਸ ਸਾਰੀ ਕਾਇਨਾਤ ਨੂੰ ਸ੍ਰਿਸ਼ਟੀ ਕਰਕੇ ਆਪਣੀ ਆਪਣੀ ਜਗ੍ਹਾ ਦੇ ਵਿੱਚ ਫਿੱਟ ਰੱਖਿਆ, ਉਹਦਾ ਪ੍ਰਤਿਪਾਲ ਕਰਦਾ, ਉਸ ਨੂੰ ਸੰਭਾਲਦਾ ਹੈ, ਕਿ ਖੁਦਾ ਤੁਹਾਨੂੰ ਨਹੀਂ ਸੰਭਾਲੇਗਾ? ਬੋਲੋ, ਖੁਦਾ ਤੁਹਾਨੂੰ ਵੀ ਸੰਭਾਲੇਗਾ, ਤੁਹਾਡੀ ਲੋੜ ਨੂੰ ਵੀ ਪੂਰਾ ਕਰੇਗਾ। ਹਾਲੇਲੂਇਆ, हालेलुया। ਜਦੋਂ ਵੀ ਤੁਸੀਂ ਵੀ ਵੱਖ-ਵੱਖ ਪ੍ਰਕਾਰ ਦੇ ਪਰਤਾਵਿਆਂ ਦੇ ਵਿੱਚ ਆਓ, ਵਿਸ਼ਵਾਸ ਹੋ ਕੇ ਸਿਰਜਣਹਾਰ ਨੂੰ ਵੇਖਣਾ। हालेलुया। ਪੜਾਂਗੇ ਪਹਿਲਾ ਕੁਰਿੰਥੀਆਂ 10 ਬਾਬ ਉਸ ਦੀ 13 ਆਇਤ ਨੂੰ ਪੜੋ। 1 Corinthians 10 verse 13। ਪਹਿਲਾ ਕੁਰਿੰਥੀਆਂ 10 ਦੀ 13 ਆਇਤ ਨੂੰ ਪੜੋ। ਅਤੇ ਤੁਸੀਂ ਆਪੋ ਪਹਿਲਾ ਕੁਰਿੰਥੀਆਂ 10 ਦੀ 13। ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਹਾਂ। ਜੋ ਮਨੁੱਖ ਤੋਂ ਚੱਲਿਆ ਜਾਂਦਾ, ਹਾਂ। ਜੋ ਮਨੁੱਖ ਤੋਂ ਨਹੀਂ ਚੱਲਿਆ ਜਾਂਦਾ, ਹਾਂ। ਪਰੰਤु परमेश्वर वफादार है। परमेश्वर कौन है? वफादार है। परमेश्वर वफादार है, ਜੋ ਤੁਹਾਡੀ ਸ਼ਕਤੀਆਂ ਬਾਹਰ ਹਾਂ। ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ। जो तुम्हारी शक्ति तो बाहर या तुम्हारे सामर्थ्य से बाहर परीक्षा में ना पड़ने देगा। आगे ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਅ ਵੀ ਕੱਢ ਦੇਵੇਗਾ, ਹਾਂ। ਭਈ ਤੁਸੀਂ ਚੱਲ ਸਕੋ। हालेलुया। हालेलुया। ਕੋਰਿੰਥ ਦੇ ਵਿੱਚ ਵੀ ਪੌਲਸ ਰਸੂਲ ਕਹਿੰਦਾ ਹੈ, ਤੁਹਾਡੇ ਵਿੱਚ ਕੋਈ ਐਸਾ ਪਰੀਖਿਆ ਪਰਤਾਵਾ ਨਹੀਂ ਆਇਆ ਜੋ ਤੁਹਾਡੇ ਸਹਿਣ ਤੋਂ ਕੀ ਹੋਵੇ, ਬਾਹਰ। ਆਦੀ ਕਲੀਸਿਆ ਨੂੰ ਦੁੱਖ ਦੇ ਉੱਤੇ ਦੁੱਖ, ਦੁੱਖ ਦੇ ਉੱਤੇ ਦੁੱਖ ਆ ਰਿਹਾ, ਸਿੱਧਾ ਮੌਤ ਹੀ ਹੈ, ਸਿੱਧਾ ਜਲਾ ਰਹੇ ਨੇ। ਪੱਤਰ ਪੌਲਸ ਵੀ ਬੋਲਦਾ, ਤੁਹਾਡੇ ਉੱਤੇ ਐਸਾ ਕੋਈ ਦੁੱਖ ਨਹੀਂ ਆ ਜੋ ਤੁਹਾਡੇ ਸਹਿਣ ਤੋਂ ਕੀ ਹੋਵੇ, ਬਾਹਰ ਹੋਵੇ। ਪਰਮੇਸ਼ਰ ਵਫਾਦਾਰ ਹੈ, ਪਰਮੇਸ਼ਰ वफादार है, ਜੋ ਤੁਹਾਡੇ ਸਹਿਣ ਤੋਂ ਵੱਧ ਕੇ ਕੋਈ ਐਸਾ ਪਰਤਾਵਾ ਆਣ ਨਹੀਂ ਦੇਵੇਗਾ। ਜੇ ਸਾਨੂੰ ਦੁੱਖ ਆਵੇ ਨਾ, ਤੁਸੀਂ ਕਹਿਣਾ ਕਿ ਮੈਂ ਸਹਿ ਸਕਦਾ ਹਾਂ, ਕਿਉਂਕਿ ਖੁਦਾ ਨੇ ਓਨਾ ਹੀ ਦੁੱਖ ਦੇਣਾ ਜਿੰਨਾ ਤੁਸੀਂ ਸਹਿ। सकते हो। ਬੋਲੋ, ਜਿੰਨਾ ਅਸੀਂ ਸਹਿ ਸਕਦੇ ਹਾਂ ਓਨਾ ਹੀ ਪਰਤਾਵਾ ਦੇਗਾ। ਜੇ ਪਰੀਖਿਆ ਆਇਆ ਤੇ ਕਲਾਮ ਅੱਗੇ ਵੀ ਲਿਖਦਾ ਹੈ, ਬਚ ਨਿਕਲਣ ਦਾ ਵੀ ਖੁਦਾ ਰਸਤਾ ਕੱਢੇਗਾ ਤਾਂ ਕਿ ਤੁਸੀਂ ਸਹਿ ਸਕੋ। ਉਹ ਸ੍ਰਿਸ਼ਟੀ ਕਰਤਾ, वफादार सृजनहार परमेश्वर है। हालेलुया। नंबर 2, वो वफादार महायाजक है। इब्रानियों की पत्री 2 अध्याय, हिब्रूज चैप्टर 2, इब्रानियों की पत्री 2 बाब 17 और 18 आयत पढ़ो। इस कारण उसको चाहिए था कि सब बातों में अपने भाइयों के समान बने, जिससे वह उन बातों में जो परमेश्वर से संबंध रखती हैं एक दयालु और विश्वास योग्य महायाजक बने, ताकि लोगों के पापों के लिए प्रायश्चित करे। हाँ। क्योंकि जब उसने परीक्षा की दशा में दुख उठाया तो वह उनकी भी सहायता कर सकता है जिनकी परीक्षा होती है। लिखा है वो विश्वास योग्य महायाजक बने। 18, क्योंकि जब उसने परीक्षा की दशा में दुख उठाया तो वह उनकी भी सहायता कर सकता है जिनकी परीक्षा होती है। वो वफादार महायाजक है। ही इज अ फेथफुल हाई प्रीस्ट। याजक ਦਾ ਕੰਮ ਕੀ ਹੈ? याजक ਦਾ ਕੰਮ ਹੈ ਲੋਕਾਂ ਦੀ ਵੇਦ ਪ੍ਰਾਰਥਨਾਵਾਂ ਭੇਂਟ ਨੂੰ ਖੁਦਾ ਦੇ ਹਜ਼ੂਰ ਚੜਾਣਾ। ਇਹ ਸੀ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਉਹ ਕਿਹਦੇ ਲਈ ਗਿਆ ਹੈ? ਉਹ ਸਾਡੇ ਵਾਸਤੇ ਇੱਕ ਮਹਾਯਾਜਕ ਬਣਿਆ। ਸਾਡੇ ਵਾਸਤੇ ਕੀ ਬਣਿਆ? ਇੱਕ महायाजक बनिया। ਜਦ ਅਸੀਂ ਕਿਸੇ ਵੀ ਪ੍ਰਕਾਰ ਦੇ ਪਰਤਾਵਿਆਂ ਦੇ ਵਿੱਚੋਂ ਦੀ ਲੰਘਦੇ ਹਾਂ, ਖੁਦਾ ਸਾਨੂੰ ਕਿਰਪਾ ਦੇਗਾ, ਅਨੁਗ੍ਰਹਿ ਕਰੇਗਾ ਕਿ ਅਸੀਂ ਉਸ ਦੁੱਖ ਨੂੰ ਚੱਲ ਸਕੀਏ। ਇਸੇ ਦੇ ਨਾਲ ਰਿਲੇਟਡ ਪੜੋ ਇਬਰਾਨੀਆਂ 4 ਬਾਬ, ਹੀਬਰੂਜ਼ 4 ਉਹਦੀ 14 ਤੋਂ 16 ਆਇਤ ਨੂੰ ਪੜੋ। ਇਬਰਾਨੀਆਂ 4 ਬਾਬ ਉਹਦੀ 14 ਤੋਂ 16 ਆਇਤ। ਸੋ ਜਦੋਂ ਸਾਡਾ ਇੱਕ ਮਹਾਪ੍ਰਧਾਨ ਜਾਜਕ ਹੈ ਜਿਹੜਾ ਆਕਾਸ਼ਾਂ ਤੋਂ ਪਾਰ ਲੰਘ ਗਿਆ, ਅਰਥਾਤ ਪਰਮੇਸ਼ਰ ਦਾ ਪੁੱਤਰ ਯਿਸੂ, ਤਾਂ ਆਓ ਅਸੀਂ ਆਪਣੇ ਕੀਤੇ ਹੋਏ ਇਕਰਾਰ ਉੱਤੇ ਪੱਕਿਆਂ ਰਹੀਏ। ਹਾਂ। ਕਿਉਂ ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ, ਹਾਂਜੀ। ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗ ਵਰਤਾਇਆ ਗਿਆ, ਪਰ ਉਹ ਪਾਪ ਤੋਂ ਰਹਿਤ ਰਿਹਾ। ਹਾਂ। ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਨ ਦੇ ਅੱਗੇ ਦਲੇਰੀ ਨਾਲ ਚਲੀਏ, ਹਾਂ। ਭਈ ਅਸੀਂ ਦਇਆ ਪ੍ਰਾਪਤ ਕਰੀਏ
ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ। हालेलुया। हालेलुया। लिखा है हमारा ऐसा महायाजक नहीं जो हमारे निर्बलताओं में हमारे साथ दर्दी ना हो, हमारे साथ दुखी ना हो। यीशु साडा महायाजक है। कोई भी विश्वासी, कोई भी धर्मी जन कदे भी ये ना कहे कि कोई नहीं जानता कि मैं किहड़े हालात दे विचों लंघ रहा। कई बार असीं इस तरह बोलते हैं, मैं जानता हाँ कि मैं किहड़े हालात चों लंघ रहा, सिर्फ मैनूं ही पता। कई बार बोलते ना सी, मैनूं ही पता कि मैं किहड़े हालातां दे विचों दी लंघ रहा। कभी कोई ऐसा ना कहे। क्यों पता? क्योंकि प्रभु यीशु आप भी सारे हालातां दे विचों दी लंघिया है। प्रभु यीशु आप भी सारे हालातां दे विचों दी लंघिया है। इत्थे लिखिया साडा ऐसा महायाजक नहीं है जो साडे निर्बलताई दे विच साडे नाल दुखी ना हो सके। और फिर अगे लिखिया वरन सब बातों में हमारे समान परखा तो गया तो भी निष्पाप निकला। प्यारे अजीजों, पुराने नियम दे विच याजक नूं एक पवित्र होना बड़ा जरूरी सी। उस दे बारे जदों असीं पुराने नियम दे हिस्से नूं पढ़दे हां तां सानूं समझ लगेगा। हारून दे दो पुत्र सन, नादाब और अबीहू। उन्होंने एक ओपरी अग नूं दुखाया और लिखा वो सड़ के भस्म हो गई। लेवी व्यवस्था 10 बाब पढ़ो। लेवी व्यवस्था 10 बाब पहली आयत पढ़ो। तब नादाब और अबीहू नामक हारून के 2 पुत्रों ने अपना अपना धूपदान लिया और उनमें आग भरी और उसमें धूप डालकर उस ओपरी आग को, जिसकी आज्ञा यहोवा ने नहीं दी थी, यहोवा के सम्मुख अर्पित किया। तब यहोवा के सम्मुख से आग निकली और उन दोनों को भस्म कर दिया और वे यहोवा के सामने मर गए। तब मूसा ने हारून से कहा, ये वही बात है जिसे यहोवा ने कहा था कि जो मेरे समीप आए अवश्य है कि वह मुझे पवित्र जाने और सारी जनता के सामने मेरी महिमा करे। और हारून चुप रहा। असली क्या? नादाब और अबीहू हारून दे पुत्र सन, वो पवित्र नहीं सन और वो बिना पवित्रताई दे उन्होंने तूफ नूं एक लिखा स्ट्रेंज फायर, ओपरी अग नूं लैके आए। वो खुदा दी वेदी दे विच भी ओपरी अग नूं लैके जदों आए, स्ट्रेंज फायर, और लिखा परमेश्वर दी अग ने उन्होंने की कर दिता? भस्म कर दिता। लेकिन महायाजक प्रभु यीशु मसीह दे नाल ऐसा नहीं होया। ये अग जिहड़ी आई है उपरों अग आई है। किहड़ी अग आई? उपरों आई। एक कोई ओपरी अग नहीं सी, उहदे अंदर कोई पाप नहीं सी। वो पवित्र गिनया गया। क्यों? क्योंकि वो वेदी दे सामने भी पवित्र सी। वो चल क्या? उसने कोई पाप नहीं किया, वो पाप तो अनजान सी। मेरे प्यारे अजीजों, असी परमेश्वर दे लोग हां। कई बारी बाइबल तो असीं सीखना और समझना, बहुत सारियां गल्लां दी सानू इजाजत है, पर बहुत सारियां गल्लां दी सानू मनाही भी है। बहुत सारियां गल्लां दी इजाजत है, पर बहुत सारियां गल्लां दी इजाजत नहीं। बोलो, मनाही नहीं है। अनुग्रह का मतलब ये नहीं है कि लाइसेंस है। हाँ, बहुत सारियां चीज़ां नूं असीं कर सकते हैं दुनिया च रहते, पर जिहड़ी चीज़ नूं ना है वो ना ही है। उन्होंने असीं ਕੰਨ ਮਰੋੜ ਕੇ ਵੱਲ ਕੇ नहीं कर सकते। हारून ਦੇ दोनों पुत्रां ने उन्होंने सोचा सेवा ही असीं कर रहे हैं, जिस तरह मर्जी सेवा कर लो। खुदा ने कहा नहीं, पवित्र होना बड़ा जरूरी है। यह खुदा दी हजूरी है, यह खुदा दी हजूरी है, परमेश्वर दा पवन। इसलिए यीशु मसीह ने उधर सीरीयसनेस नूं जाहिर किया। जदों यीशु मसीह मंदिर च गया, उसने उधर की वेख्या? सराफ बैठे ने, मनी चेंजर्स बैठे। उन्होंने खुदा दे पवन नूं डाकुआं दी खो बनाते। यीशु मसीह नूं गैरत उठी और उसने पीढ़ियां नूं पलटाता। उसने कहा मेरा कर प्रार्थना दा कर कहलाया जाएगा, पर तुसीं इसनूं डाकुआं दी खो बनाती।
ਪਰਮੇਸ਼ਰ ਦੀ ਹਜ਼ੂਰੀ ਦਾ ਸੀਰੀਅਸਨੈਸ ਹੈ, ਖੁਦਾ ਦੀ ਹਜ਼ੂਰੀ ਦਾ, ਪਰਮੇਸ਼ਰ ਦੇ ਭਵਨ ਦਾ ਇੱਕ ਗੰਭੀਰਤਾ ਹੈ। ਅਸੀਂ ਉਸ ਨੂੰ ਪਵਿੱਤਰਤਾ ਦੇ ਨਾਲ ਲੈਣਾ, ਨਹੀਂ ਤਾਂ ਉੱਪਰੋਂ ਅੱਗ ਆਏਗਾ, ਉਹ ਤੂਫ ਨੂੰ ਨਹੀਂ ਬਾਲੇਗਾ, ਤੁਹਾਡੀ ਪੇਂਟ ਨੂੰ ਨਹੀਂ, ਉਹ ਤੁਹਾਨੂੰ ਭਸਮ ਕਰ ਦੇਗਾ। हालेलुया। ਖੁਦਾ ਦੀ ਅੱਗ ਉਤਰੇ, ਤੁਹਾਡੀ ਪੇਂਟ ਨੂੰ ਭਸਮ ਕਰੇ। ਕੈਨ ਔਰ ਹਾਬਿਲ ਦੀ ਪੇਂਟ ਨੂੰ ਤੁਸੀਂ ਜਾਣਦੇ ਹੋ। ਹਾਬਿਲ ਦੀ ਪੇਂਟ ਨੂੰ ਖੁਦਾ ਨੇ ਕਬੂਲ ਕੀਤਾ, ਅੱਗ ਉਤਰੇ, ਭਸਮ ਹੋਇਆ। ਕੈਨ ਦੀ ਪੇਂਟ ਨੂੰ ਖੁਦਾ ਨੇ ਕਬੂਲ नहीं किया। ਪਿਆਰੇ ਜੀ, ਤੁਹਾਡਾ ਜੀਵਨ, ਮੇਰਾ ਜੀਵਨ, ਜੋ ਕੁਝ ਵੀ ਅਸੀਂ ਪਰਮੇਸ਼ਰ ਦੇ ਵਿੱਚ ਹੋ ਕੇ ਕਰੀਏ, ਹਾਈ ਸਟੈਂਡਰਡ ਦੇ ਵਿੱਚ ਹੋ ਕੇ ਕਰਨਾ। ਖੁਦਾ ਦੀ ਹਜ਼ੂਰੀ ਦਾ ਹਾਈ ਸਟੈਂਡਰਡ ਚਾਹੀਦਾ ਹੈ। God requires high standard for his service। ਪਰਮੇਸ਼ਰ ਆਪਣੀ ਸੇਵਾ ਦਾ ਉੱਚ ਸਟੈਂਡਰਡ ਮੰਗਦਾ ਹੈ। ਉਹਦਾ ਸਭ ਤੋਂ ਵੱਡਾ ਮਾਪਦੰਡ ਹੈ ਹੋਲੀਨੈਸ, ਪਵਿੱਤਰਤਾ ਹੀ ਉੱਚ ਮਾਪਦੰਡ ਹੈ। ਇਹਦੇ ਵਿੱਚ ਕੋਈ ਕੰਪਰੋਮਾਈਜ਼, ਕੋਈ ਸਮਝੌਤਾ ਨਹੀਂ ਹੈ, ਕੋਈ ਸਮਝੌਤਾ ਨਹੀਂ ਹੈ। ਮਹਾਯਾਜਕ ਦੇ ਬਾਰੇ ਅਸੀਂ ਕੀ ਪੜ੍ਹ ਰਹੇ ਹਾਂ? ਲਿਖਿਆ ਯੀਸ਼ੂ ਸਾਡਾ ਮਹਾਯਾਜਕ ਹੈ। ਉਹ ਐਸਾ ਮਹਾਯਾਜਕ ਨਹੀਂ ਜਿਹੜਾ ਨਿਰਬਲਤਾ ਦੇ ਵਿੱਚ ਦਰਦੀ ਨਾ ਹੋਵੇ, ਪਰ ਉਹ ਆਪ ਪਰਤਾਇਆ ਗਿਆ। ਉਹ ਜਾਣਦਾ ਹੈ, ਸਾਰੇ ਦੁੱਖਾਂ ਦੇ ਵਿੱਚ ਉਹਦੇ ਲੰਘਿਆ, ਉਹ ਜਾਣਦਾ ਹੈ। ਇਸ ਲਈ ਤੁਹਾਡੇ ਹਰ ਦੁੱਖ ਦੇ ਵਿੱਚ ਉਹ ਦਰਦੀ ਬਣ ਸਕਦਾ ਹੈ। ਮੈਂ ਜਦੋਂ ਉਹਦੇ ਬਾਰੇ ਸੋਚ ਰਿਹਾ ਸੀ ਬੈਠਾ, ਯੀਸ਼ੂ ਮਸੀਹ ਸਿੱਧਾ ਵੀ ਤੇ ਆ ਸਕਦਾ ਸੀ। ਕਿਉਂ ਉਸਨੇ ਜਨਮ ਲਿਆ? ਕਿਉਂ ਹੌਲੀ ਹੌਲੀ ਉਹ ਉੱਪਰੋਂ ਨੀਚੇ ਤੋਂ ਹੌਲੀ ਹੌਲੀ ਉੱਪਰ ਕਿਉਂ ਆ ਰਿਹਾ ਸੀ? 30 ਸਾਲ ਉਡੀਕਿਆ ਆਪਣੇ ਆਪ ਨੂੰ ਪ੍ਰਗਟ ਕਰਨ ਲਈ। ਕਹਿੰਦੇ 30 साल। ਅਸੀਂ ਤੇ 1 ਸਾਲ ਨਹੀਂ ਉਡੀਕਦੇ, 1 ਸਾਲ ਨਹੀਂ ਉਡੀਕ ਸਕਦੇ। ਯੀਸ਼ੂ ਮਸੀਹ 30 ਸਾਲ ਉਡੀਕਦਾ ਰਿਹਾ ਆਪਣੇ ਆਪ ਨੂੰ ਖੁੱਲ੍ਹੇਆਮ ਪ੍ਰਗਟ ਕਰਨ ਦੇ ਲਈ ਕਿ ਮੈਂ ਕੌਣ ਹਾਂ। 30 ਸਾਲ ਦੇ ਵਿੱਚ ਉਹ ਕੀ ਕਰ ਰਿਹਾ ਸੀ? ਆਪਣੇ ਜਿਸਮਾਨੀ ਮਾਤਾ ਪਿਤਾ ਮਰੀਮ ਔਰ ਯੂਸਫ ਦੇ ਅਧੀਨ ਹੋ ਕੇ ਆਗਿਆਕਾਰੀ ਦੇ ਵਿੱਚ ਹੋ ਕੇ ਰਿਹਾ। ਕਿਹਦੇ ਵਿੱਚ ਰਿਹਾ? आज्ञाकारिता दे विच होके। ਸੋ ਅਸੀਂ ਉਸ ਨੂੰ ਨਹੀਂ ਸਿਖਾ ਸਕਦੇ ਆਗਿਆਕਾਰੀ ਕੀ ਚੀਜ਼ ਹੈ। ਯੀਸ਼ੂ ਨੇ ਸਿੱਖਿਆ ਆਗਿਆਕਾਰੀ ਕੀ ਚੀਜ਼ ਹੈ। हालेलुया। ਅਸੀਂ ਉਸ ਨੂੰ ਨਹੀਂ ਕਹਿ ਸਕਦੇ ਕਿ ਮਾਤਾ ਪਿਤਾ ਦੇ ਆਗਿਆ ਦੇ ਅਧੀਨ ਨਹੀਂ ਹੋਣਾ ਚਾਹੀਦਾ। ਯੀਸ਼ੂ ਮਸੀਹ ਕਹੇਗਾ ਮੈਂ 30 ਸਾਲ ਰਿਹਾ ਹਾਂ, ਮੈਂ ਆਪਣੇ ਮਾਤਾ ਪਿਤਾ ਦੇ ਅੰਡਰ ਰਹਿ ਕੇ ਮੈਂ ਸਿੱਖਿਆ ਹਾਂ, ਮੈਂ ਹਰ ਕੰਮ ਸਿੱਖਿਆ ਹੈ। ਮਾਤਾ ਪਿਤਾ ਦੀ ਤਾੜਨਾ ਕੀ ਹੈ ਮੈਂ ਪਤਾ ਹੈ, ਮਾਤਾ ਪਿਤਾ ਦਾ ਪਿਆਰ ਕੀ ਹੈ ਮੈਨੂੰ ਪਤਾ ਹੈ, ਮਾਤਾ ਪਿਤਾ ਕਿੱਥੇ ਹਾਂ ਕਿੱਥੇ ਨਾ ਕਰਦੇ ਨੇ ਮੈਨੂੰ ਪਤਾ ਹੈ, ਕਿਉਂਕਿ ਮੈਂ ਵੀ ਇਸ ਸਮੇਂ ਦੇ ਵਿੱਚੋਂ ਦੀ ਲੰਘ ਚੁੱਕਿਆ ਹਾਂ। ਯੀਸ਼ੂ ਮਸੀਹ ਰੋਇਆ, ਉਸ ਨੂੰ ਪਤਾ ਸੀ ਕੰਮ ਕੀ ਚੀਜ਼ ਹੈ। ਯਹੂਨਾ 11 ਬਾਬ ਲਾਜ਼ਰ ਦੀ ਉਸ ਕਬਰ ਦੇ ਉੱਤੇ ਦੁੱਖ ਨੂੰ ਵੇਖ ਕੇ ਉਹ ਰੋਇਆ। ਤੁਸੀਂ ਕਹੋਗੇ ਕਿ ਯੀਸ਼ੂ ਨੂੰ ਨਹੀਂ ਪਤਾ ਦੁੱਖ ਕੀ ਚੀਜ਼ ਹੈ? ਕਹੇਗਾ ਨਾ ਮੈਨੂੰ ਪਤਾ ਹੈ ਕਿ ਮੈਂ ਜਦੋਂ ਕਿਸੇ ਦਾ ਜੀ ਚਲੇ ਜਾਂਦਾ ਹੈ ਉਹਦੇ ਦਿਲ ਦਾ ਗਮ ਕੀ ਹੈ ਮੈਨੂੰ ਪਤਾ, ਕਿਉਂਕਿ ਮੇਰਾ ਵੀ ਦੋਸਤ ਚਲਾ ਗਿਆ ਸੀ, ਮੈਨੂੰ ਪਤਾ ਹੈ। ਤੁਹਾਡਾ ਕੋਈ ਪਰਿਵਾਰ ਦਾ ਜੀ ਜਦੋਂ ਤੁਹਾਡੇ ਤੋਂ ਅੱਡ ਹੋ ਜਾਂਦਾ ਉਸ ਨੂੰ ਪਤਾ ਹੈ, ਉਹਨੂੰ ਪਤਾ ਹੈ, ਕਿਉਂਕਿ ਉਹ ਵੀ ਕਬਰ ਦੇ ਬਾਹਰ ਖੜਾ ਹੋ ਕੇ ਦੁਖੀ ਹੋਇਆ, ਰੋਇਆ। ਲਿਖਿਆ ਤੁਸੀਂ ਪਾਪੀਆਂ ਦੇ ਘਰ ਜਾਂਦੇ ਹੋ, ਲੋਕੀ ਤੁਹਾਡੇ ਉੱਤੇ ਦੋਸ਼ ਲਾਉਂਦੇ, ਕਹਿੰਦੇ ਮੈਨੂੰ ਪਤਾ ਕਿਉਂਕਿ ਮੈਂ ਵੀ ਜੱਕੀ ਦੇ ਘਰ ਦੇ ਵਿੱਚ ਗਿਆ ਸੀ, ਮੈਂ ਵੀ ਜੱਕੀ ਦੇ ਘਰ ਦੇ ਵਿੱਚ ਗਿਆ ਸੀ। ਲੋਕਾਂ ਨੇ ਕਿਹਾ ਇਹ ਪਾਪੀਆਂ ਦੇ ਘਰ ਜਾਂਦਾ ਹੈ। ਮੈਨੂੰ ਪਤਾ ਹੈ ਤੁਹਾਡੇ ਉੱਤੇ ਦੋਸ਼ ਕੋਈ ਲਗਾਏਗਾ ਤੇ ਕੈਸਾ ਦੋਸ਼ ਲਗਾਏ ਮੈਨੂੰ ਪਤਾ ਹੈ। ਜਦ ਤੁਹਾਨੂੰ ਕੋਈ ਸਵਾਲ ਜਵਾਬ ਪੁੱਛਣ ਦੇ ਲਈ ਆਏਗਾ, ਕੋਈ ਰਾਈਟ ਕੋਈ ਲੈਫਟ ਕੋਈ ਸਵਾਲ ਪੁੱਛੇਗਾ, ਕਹੇਗਾ ਮੈਨੂੰ ਪਤਾ ਹੈ। ਕੋਈ ਤੁਹਾਨੂੰ ਫਸਾਉਣ ਦੇ ਲਈ ਆਏਗਾ, ਕਹੇਗਾ ਮੈਨੂੰ ਪਤਾ ਹੈ। ਜਦੋਂ ਇੱਕ ਵਿਚਾਰਨ ਔਰਤ ਨੂੰ ਜਦੋਂ ਦੋਸ਼ ਲਗਾਉਣ ਦੇ ਲਈ ਸਾਰੇ ਆਏ ਸਨ ਔਰ ਇਸ ਨੂੰ ਵੀ ਸਵਾਲ ਪੁੱਛਣ ਦੇ ਲਈ ਆਏ, ਯੀਸ਼ੂ ਮਸੀਹ ਨਿਉ ਕਿ ਉਸਨੇ ਜਦੋਂ ਉਂਗਲੀ ਦੇ ਨਾਲ ਲਿਖਿਆ ਉਹ ਦੂਸਰਿਆਂ ਦੇ ਮੂੰਹ ਨੂੰ ਚੁੱਪ ਕਰਾ ਰਿਹਾ ਸੀ। ਉਸ ਨੂੰ ਪਤਾ ਸੀ, ਉਹਨੂੰ ਪਤਾ ਸੀ। ਜੇ ਤੁਸੀਂ ਸੋਚਦੇ ਹੋ ਜਿਹੜਾ ਪਰਤਾਵੇ ਦੇ ਚ ਮੈਂ ਲੰਘਦਾ ਸ਼ੈਤਾਨ ਜਿਹੜਾ ਮੇਰੇ ਨਾਲ ਯੁੱਧ ਕਰਦਾ ਹੈ, ਯੀਸ਼ੂ ਨੂੰ ਨਹੀਂ ਪਤਾ।
ਯੀਸ਼ੂ ਦਾ ਸਮਾਨ ਤੇ ਬੈਠਾ, ਕਹਿੰਦਾ ਨਹੀਂ ਮੈਨੂੰ ਪਤਾ ਹੈ। ਜਦੋਂ ਮੈਂ ਬਪਤਿਸਮਾ ਲੈ ਕੇ ਬਾਹਰ ਆਇਆ, ਮੈਂ ਉਜਾੜ ਦੇ ਵਿੱਚ ਗਿਆ, ਸ਼ੈਤਾਨ ਆਇਆ ਉੱਥੇ, ਔਰ ਸ਼ੈਤਾਨ ਅਲੱਗ-ਅਲੱਗ ਪ੍ਰਕਾਰ ਦੇ ਪਰਤਾਵੇ ਮੈਨੂੰ ਦੇ ਰਿਹਾ ਸੀ। ਭੁੱਖ ਕੀ ਹੈ ਮੈਨੂੰ ਪਤਾ, ਕਿਉਂਕਿ ਮੈਨੂੰ ਭੁੱਖ ਲੱਗੀ ਸੀ ਉਦੋਂ। ਤੁਹਾਡੀ ਭੁੱਖ ਦੇ ਵਿੱਚ ਤੁਹਾਡੇ ਕੀ ਹਾਲਾਤ ਹੁੰਦੇ ਨੇ ਮੈਨੂੰ ਮਾਲੂਮ ਹੈ, ਕਿਉਂਕਿ ਮੈਨੂੰ ਵੀ ਭੁੱਖ ਲੱਗੀ ਸੀ ਉਦੋਂ। ਸ਼ੈਤਾਨ ਕੀ ਪਰਤਾਵੇ ਲੈ ਕੇ ਆਇਆ, ਤੈਨੂੰ ਮੈਂ ਉਚਾਈ 'ਤੇ ਲੈ ਜਾਵਾਂਗਾ, ਮੇਰੇ ਅੱਗੇ ਮੱਥਾ ਟੇਕ। ਅਸੀਂ ਬੋਲਦੇ ਨੇ ਕਈ ਵਾਰੀ, ਮੈਂ ਦਫ਼ਤਰ 'ਚ ਗਿਆ, ਮੈਂ ਰਿਸ਼ਤੇਦਾਰਾਂ 'ਚ ਗਿਆ, ਇੱਕ ਵਾਰੀ ਸਿਰ ਝੁਕਾ ਲਾ, ਇੱਧਰ ਕੁਝ ਨਹੀਂ। ਯਿਸੂ ਕਹੇ ਮੈਨੂੰ ਪਤਾ, ਕਿਉਂਕਿ ਮੈਂ ਵੀ ਨਿਕਲ ਚੁੱਕਿਆ ਹਾਂ। ਪਰ ਮੈਂ ਉਦੋਂ ਵਚਨ ਦੇ ਨਾਲ ਟਾਕਰਾ ਕੀਤਾ ਸੀ ਕਿ ਨਾ, ਮੈਂ ਸਿਰਫ ਔਰ ਸਿਰਫ ਸੱਚੇ ਦਾ ਪਰਮੇਸ਼ਰ ਨੂੰ ਹੀ ਮੰਨਾਂਗਾ, ਮੈਂ ਸਿਰਫ ਉਹਦੇ ਹੀ ਅੱਗੇ ਦੰਡਵਤ ਕਰਾਂਗਾ। ਜਦੋਂ ਮੇਰੇ ਕੋਲ ਕੈਪੈਸਿਟੀ ਸੀ, ਮੈਂ ਪੱਥਰ ਨੂੰ ਰੋਟੀ ਬਣਾ ਸਕਦਾ ਸੀ, ਪਰ ਮੈਂ ਨਹੀਂ ਕੀਤਾ, ਕਿਉਂਕਿ ਮੈਨੂੰ ਪਤਾ ਸੀ ਸ਼ੈਤਾਨ ਪਰੀਖਿਆ ਕਰਨ ਦਿਆ ਹੈ। ਪਿਆਰੇ ਅਜ਼ੀਜ਼ੋ, ਤੁਸੀਂ ਸੋਚਦੇ ਹੋ ਕਿ ਯਿਸੂ ਨੂੰ ਨਹੀਂ ਮਾਲੂਮ? ਯਿਸੂ ਨੂੰ ਸਭ ਪਤਾ ਹੈ। ਤੁਹਾਨੂੰ ਥੁੱਕਦੇ ਹੋਣਗੇ, ਯਿਸੂ ਕਹੇਗਾ ਕਿ ਮੈਨੂੰ ਵੀ ਥੁੱਕਿਆ, ਮੈਂ ਨਿਕਲ ਚੁੱਕਿਆ ਹਾਂ। ਮੈਂ ਇੱਕ ਐਸਾ ਮਹਾਯਾਜਕ ਹਾਂ ਜਿਹੜੇ ਤੁਹਾਡੇ ਨਿਰਬਲਤਾਈ ਤੋਂ ਡਰਦੀ ਨਹੀਂ। ਮੈਂ ਜਾਣਦਾ ਹਾਂ, ਹਾਲੇਲੂਇਆ, ਮੈਂ ਜਾਣਦਾ ਹਾਂ। ਮਸੀਹੋ, ਤੁਸੀਂ ਦੁੱਖਾਂ ਨੂੰ ਸਹਿੰਦੇ ਹੋ, ਉਹ ਚੁੱਪ ਰਿਹਾ। ਕੀ ਰਿਹਾ? ਚੁੱਪ ਰਿਹਾ। ਬੋਲੋ, ਚੁੱਪ ਰਿਹਾ। ਉਹਨੇ ਮੂੰਹ ਨਾ ਖੋਲਿਆ, ਲਿਖਿਆ ਉਹਨੇ ਮੂੰਹ ਨਹੀਂ ਖੋਲਿਆ। ਉਹਨੂੰ ਵੱਖ-ਵੱਖ ਅਦਾਲਤਾਂ ਦੇ ਵਿੱਚ ਲੈ ਕੇ ਜਾ ਰਹੇ ਨੇ, ਤੁਹਾਨੂੰ ਕਸੀਟਣ ਕੇ ਤੇ ਕਹੇਗਾ ਮੈਨੂੰ ਪਤਾ ਅਦਾਲਤ ਕੀ ਚੀਜ਼ ਹੈ, ਮੈਨੂੰ ਪਤਾ ਜੱਜ ਦੇ ਸਾਹਮਣੇ ਕੀ ਮਾਹੌਲ ਹੁੰਦੇ ਨੇ, ਕਿਉਂਕਿ ਮੈਂ ਗਿਆ ਹਾਂ। ਕਿਉਂਕਿ ਸਿਪਾਹੀ ਜਦੋਂ ਸਾਰੇ ਘੇਰ ਲੈਂਦੇ ਨਾ, ਬਸ ਹੀ ਉਦੋਂ ਪਤਾ ਲੱਗਦਾ ਹੈ, ਕਹਿੰਦਾ ਮੈਨੂੰ ਪਤਾ ਹੈ ਸਿਪਾਹੀ ਕਿਵੇਂ ਮਜ਼ਾਕ ਉਡਾਇਆ ਮੇਰਾ, ਮੈਨੂੰ ਪਤਾ ਹੈ। ਮੈਂ ਦੋਸ਼ੀ ਨਹੀਂ ਸੀ, ਫਿਰ ਵੀ ਮੇਰੇ ਉੱਤੇ ਤੌਮਤ ਲਗਾਇਆ ਗਿਆ। ਮੈਂ ਜਾਣਦਾ ਹਾਂ ਮਹਾਯਾਜਕ ਸਾਡੇ ਲਈ ਦਰਦੀ ਬਣਿਆ। ਹਾਲੇਲੂਇਆ। ਉਹ ਜਾਣਦਾ ਹੈ, ਉਹ ਪਰਫੈਕਟਲੀ ਸਿੱਧ ਤਰੀਕੇ ਨਾਲ ਜਾਣਦਾ ਹੈ ਇੱਕ ਬੇਟੇ ਨੂੰ ਮਾਂ ਤੋਂ ਕਿਵੇਂ ਵਿਛੋੜ ਅਲੱਗ ਕਰਦੇ ਨੇ। ਉਹ ਜਾਣਦਾ ਹੈ ਕਿਵੇਂ ਸਵਰਗੇ ਪਿਤਾ ਦੇ ਅੱਗੇ ਦੁਹਾਈ ਦੇ, ਹੈ ਪਿਤਾ ਤੂੰ ਮੈਨੂੰ ਕਿਉਂ ਛੱਡਦਾ। ਉਹ ਜਾਣਦਾ ਹੈ ਜਦ ਤੁਹਾਨੂੰ ਵੀ ਦੁੱਖ ਦੇ ਵਿੱਚ ਆਉਂਦੇ ਹੋ, ਤੁਹਾਨੂੰ ਲੱਗਦਾ ਅਸਮਾਨ ਚੁੱਪ ਹੋ ਗਿਆ, ਧਰਤੀ ਚੁੱਪ ਹੋ ਗਈ, ਚੇਲੇ ਛੱਡ ਕੇ ਚਲੇ ਗਏ, ਮੇਰੇ ਨਾਲ ਦੇ, ਮੇਰੇ ਸੱਜੇ, ਮੇਰੇ ਖੱਬੇ, ਮੇਰੇ ਅੱਗੇ ਪਿੱਛੇ ਆਉਣ ਜਾਣ ਵਾਲੇ ਸਾਰੇ ਛੱਡ ਕੇ ਚਲੇ ਗਏ। ਤੁਸੀਂ ਕਹਿੰਦੇ ਮੈਨੂੰ ਸਾਰੇ ਛੱਡ ਕੇ ਚਲੇ ਗਏ, ਕੋਈ ਵੀ ਨਹੀਂ ਕਹਿੰਦਾ ਮੈਂ ਜਾਣਦਾ ਹਾਂ ਕਿਵੇਂ ਮੌਕਿਆਂ 'ਚ ਸਾਰੇ ਛੱਡ ਕੇ ਚਲੇ ਜਾਂਦੇ ਨੇ। ਪਰ ਮੈਂ ਇੱਕ ਗੱਲ ਤੈਨੂੰ ਕਹਿਣਾ, ਕਲਾਮ ਦੇ ਵਿੱਚ ਲਿਖਿਆ, ਮੈਂ ਨਾ ਤੈਨੂੰ ਕਦੀ ਛੱਡਾਂਗਾ ਨਾ ਕਦੀ ਤੈਨੂੰ ਤਿਆਗਾਂਗਾ। ਕਈ ਗਵਾਹੀ ਦਿੰਦੇ ਨਾ, ਅਸੀਂ ਸੁਣਦੇ ਵੀ ਹਾਂ, ਪਾਸਟਰ ਜੀ ਸਾਰੇ ਛੱਡ ਕੇ ਚਲੇ ਗਏ, ਕੋਈ ਵੀ ਨਹੀਂ ਸੀ ਹੈਗਾ। ਯਿਸੂ ਕਹੇਗਾ ਮੈਂ ਜਾਣਦਾ ਜਿਹੜਾ ਕਹਿੰਦਾ ਸੀ ਕਿ ਮੈਂ ਮੌਤ ਤੱਕ ਤੇਰੇ ਨਾਲ ਰਹਾਂਗਾ, ਛੱਡਣ ਵਾਲੇ ਉਹੀ ਪਹਿਲੇ ਸੀ। ਮੈਂ ਜਾਣਦਾ ਹਾਂ, ਮੈਂ ਜਾਣਦਾ। ਪਾਣੀ ਪੁੱਛਣ ਵਾਲਾ ਕੋਈ ਨਹੀਂ ਸੀ। ਕਹਿੰਦੇ ਨੇ ਮੈਂ ਐਡਾ ਔਖਾ ਹੋ ਗਿਆ, ਮੈਨੂੰ ਤਾਂ ਪਾਣੀ ਪੁੱਛਣ ਵਾਲਾ ਕੋਈ ਨਹੀਂ ਸੀ। ਯਿਸੂ ਕਹਿੰਦਾ ਮੈਂ ਜਾਣਦਾ, ਮੈਂ ਪਾਣੀ ਮੰਗਿਆ ਮੈਨੂੰ ਸਿਰਕਾ ਦਿੱਤਾ। ਮੈਂ ਜਾਣਦਾ। ਮਹਾਯਾਜਕ ਸਾਡੇ ਨਾਲ ਦਰਦੀ ਹੋਇਆ। ਕੀ ਹੋਇਆ? ਦਰਦੀ ਹੋਇਆ। ਤੁਸੀਂ ਕਹੋਗੇ ਮੇਰੇ ਸਿਰ ਦੇ ਉੱਤੇ ਛੱਤ ਨਹੀਂ ਹੈ, ਯਿਸੂ ਨੂੰ ਕਿਵੇਂ ਪਤਾ, ਪ੍ਰਭੂ ਨੂੰ ਕਿਵੇਂ ਪਤਾ? ਉਹ ਤਾਂ ਸਮਾਨ ਦੇ ਕੇ ਨਾ, ਮੈਨੂੰ ਵੀ ਪਤਾ ਜਦੋਂ ਮੇਰਾ ਇਸ ਦੁਨੀਆ 'ਚ ਆਇਆ ਤੇ ਮੇਰੇ ਲਈ ਵੀ ਕੋਈ ਜਗ੍ਹਾ ਨਹੀਂ ਸੀ, ਕੋਈ ਜਗ੍ਹਾ ਨਹੀਂ ਸੀ, ਕੋਈ ਘਰ ਨਹੀਂ ਸੀ ਹੈਗਾ। ਮੈਂ ਵੀ ਖੁਰਲੀ 'ਚ ਰਿਹਾ। ਹੈ ਕੋਈ ਇੱਥੇ ਜਿਹੜਾ ਖੁਰਲੀ 'ਚ ਜੰਮਿਆ? ਕੋਈ ਨਹੀਂ। ਯਿਸੂ ਕਹੇਗਾ ਮੈਂ ਜਾਣਦਾ, ਮੈਂ ਮਹਾਯਾਜਕ ਹਾਂ ਜਿਹੜਾ ਤੁਹਾਡੇ ਨਿਰਬਲਤਾ ਦੇ ਵਿੱਚ ਦਰਦੀ ਹਾਂ। ਹਾਲੇਲੂਇਆ। ਅਸੀਂ ਇੱਕ ਐਸੇ ਪਰਮੇਸ਼ਰ ਦੀ ਆਰਾਧਨਾ ਕਰਦੇ ਹਾਂ ਜਿਹੜੇ ਇੱਕ ਦੁੱਖ ਤੋਂ ਵਾਕਿਫ ਹੈ। ਆਮੇਨ। ਤੁਸੀਂ ਸੋਚਦੇ ਹੋ ਕਿ ਮੇਰਾ ਦਰਦ ਨਹੀਂ, ਮੈਨੂੰ ਕੋਈ ਨਹੀਂ ਪਤਾ। ਇੱਥੇ ਦਰਦ ਹੁੰਦੀ, ਲੱਕ ਤੇ ਦਰਦ ਹੁੰਦੀ, ਇੱਧਰ ਦਰਦ ਹੈ ਨਾ, ਹੱਥਾਂ 'ਚ ਦਰਦ ਹੁੰਦੇ, ਪੈਰਾਂ 'ਚ। ਯਿਸੂ ਕਹੇਗਾ ਮੈਂ ਸਭ ਜਾਣਦਾ, ਕਿਉਂਕਿ ਪਿੱਠ ਤੇ ਕੋੜੇ ਵੱਜੇ, ਦਾੜੀ ਪੁੱਟੀ, ਹੱਥਾਂ 'ਚ ਕਿੱਲ, ਪੈਰਾਂ 'ਚ ਕਿੱਲ। ਮੈਂ ਤੇਰੇ ਹੱਥਾਂ ਨੂੰ ਵੀ ਜਾਣਦਾ, ਤੇਰੇ ਲੱਕ ਨੂੰ ਵੀ ਜਾਣਦਾ। ਮੈਂ ਹਰ ਗੱਲ ਦੇ ਵਿੱਚ ਦਰਦੀ ਹਾਂ।
हालेलुया, पर वफादार महायाजक है। हालेलुया, हालेलुया, वो वफादार महायाजक है। वो वफादार है ਜਿਹੜਾ ਤੁਹਾਡੇ ਹਰ ਹਾਲਾਤ ਨੂੰ ਜਾਣਦਾ ਹੈ। ਨੰਬਰ 3, ਪਹਿਲਾ ਯਹੂਨਾ ਪਹਿਲਾ ਬਾਬ 9 आयत ਨੂੰ पढ़िए। 1 जॉन चैप्टर 1 वर्स 9। यदि हम अपने पापों को मान लें तो वह हमारे पापों को क्षमा करने और हमें सब अधर्म से शुद्ध करने में विश्वास योग्य और धर्मी है। बस नंबर 3, वो एक वफादार एडवोकेट वकील है। किहदे लई लिखिया, वे यदि हम अपने पापों को मान लें वे हमारे पापों को क्षमा करने और हमें सब अधर्म से शुद्ध करने में विश्वास योग्य और धर्मी है। जब ਅਸੀਂ ਸ਼ੈਤਾਨ ਦੀਆਂ ਗੱਲਾਂ ਨੂੰ ਸੁਣਦੇ ਹਾਂ ਕਿ ਅਸੀਂ ਖੁਦਾ ਦੀ ਅਨਾਗਿਆਕਾਰੀ ਕਰਦੇ ਹਾਂ। ਸ਼ੈਤਾਨ ਕਈ ਵਾਰੀ ਸਾਨੂੰ ਦੋਸ਼ੀ ਠਹਿਰਾਉਂਦਾ ਹੈ, ਅਲੱਗ-ਅਲੱਗ ਪ੍ਰਕਾਰ ਦੇ ਦੋਸ਼ ਨੂੰ ਲੈ ਕੇ ਆਏਗਾ। ਲੇਕਿਨ मेरे प्यारे अजीजों, धन्यवाद करो, प्रभु यीशु मसीह एक ऐसा वकील है जो अपने पिता दे सज्जे हाथ बैठ के साडे लिए वकालत कर रहा है। एक अच्छा वफादार एडवोकेट है। दोष लगाने वाले दे सामने परमेश्वर साडी धार्मिकता ਨੂੰ प्रगट करता है। हालेलुया। सब तो उत्तम कहानी है जकरिया नबी दी पुस्तक 3 अध्याय। देखिए यहोशू महायाजक परमेश्वर के सामने एक मैले वस्त्र पहन के खड़ा सी। शैतान उसे वेले दोष लगाने लिए आ गया। शैतान उसे वेले दोष लगाने लिए आ गया। देखिए लिखा, उसे परमेश्वर ने उसनु झिड़किया, उसनु डांटिया और खुदा ने यहोशू महायाजक दे मैले वस्त्र नु बदल के सुंदर वस्त्र पहनाए। हालेलुया। वफादार है। आमीन। शैतान सानू गिराएगा और साढ़े उत्ते दोष लगाएगा, सानू पिछे करेगा। लेकिन प्रभु दे अगे धन्यवाद करो, सानू एक ऐसा महायाजक ही नहीं, एक ऐसा अच्छा वकील मिले है जो साडी हमेशा धार्मिकता दी वकालत करता है। हालेलुया, 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 हालेलुया। नंबर 4, प्रकाश दी पोथी पहला बाब ओदी 5 आयत ਨੂੰ पढ़िए। रेवलेशन चैप्टर 1 वर्स 5। प्रकाश दी पोथी पहला बाब ओदी 5 आयत ਨੂੰ पढ़िए। और यीशु मसीह की ओर से जो विश्वास योग्य साक्षी और मरे हुओं में से जी उठने वालों में पहलौठा और पृथ्वी के राजाओं का हाकिम है, तुम्हें अनुग्रह और शांति मिलती रहे। देखिया, यीशु मसीह की ओर से जो विश्वास योग्य गवाह है। पंजाबी ਦੇ ਵਿੱਚ ਪੜੋ 1 ਦੀ 5 ਹੈ। ਅਤੇ ਨਾਲੇ ਯੀਸ਼ੂ मसीह ਦੀ ਵੱਲੋਂ ਜਿਹੜਾ ਸੱਚਾ ਗਵਾਹ सच्चा गवाह हिंदी में लिखा विश्वास योग्य साक्षी, विश्वास योग्य गवाह है। साडा परमेश्वर तुहाडे और मेरे जो कुछ खुदा ने वायदे कीते ਹਨ ਉਹਦੇ ਲਈ ਉਹ ਵਫਾਦਾਰ ਗਵਾਹ ਹੈ। ਕਿਸ ਤਰ੍ਹਾਂ ਗਵਾਹ ਹੈ? ਗਵਾਹ ਸਬੂਤਾਂ ਦੇ ਨਾਲ ਹੀ ਖੜਾ ਹੁੰਦਾ। ਜੇ ਸਬੂਤ ਨਹੀਂ ਹੈ ਤੇ ਗਵਾਹ ਨਹੀਂ ਹੋ ਸਕਦਾ। ਗਵਾਹੀ ਦਾ ਮਤਲਬ ਹੈ ਸਬੂਤ ਹੈ। ਕੋਈ ਬੰਦਾ ਅੱਗੇ ਆਇਆ ਕਹਿੰਦਾ ਕਿ ਮੈਂ ਇਹਨੂੰ ਵੇਖਿਆ, ਉਹਨੂੰ ਗਵਾਹੀ ਲਈ ਬੁਲਾਉਂਦੇ ਨੇ। ਮੈਂ ਇਹ ਕੰਮ ਹੋਇਆ ਸੀ ਤੇ ਮੈਂ ਉੱਥੇ ਹੀ ਸੀ, ਮੈਂ ਗਵਾਹੀ ਭਰਦਾ ਹਾਂ ਕਿ ਇਹੀ ਗੱਲ ਹੈ, ਇਹ ਸੱਚੀ ਗੱਲ ਹੈ। ਉਹ ਗਵਾਹੀ ਬਹੁਤ ਜ਼ਰੂਰੀ ਹੁੰਦੀ ਹੈ। ਗਵਾਹੀ ਮੈਟਰ ਕਰਦੀ ਹੈ। ਯੀਸ਼ੂ ਕਹਿ ਰਿਹਾ ਹੈ, ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ, ਯੀਸ਼ੂ ਸਾਡਾ ਕੌਣ ਹੈ? ਸੱਚਾ ਗਵਾਹ ਸੱਚਾ ਗਵਾਹ ਹੈ। यूहन्ना दी इंजील 3 बाब 32 और 34 आयत ਨੂੰ ਪੜੋ। यूहन्ना 3 अध्याय 32 और 34। ਜੋ ਕੁਝ ਉਹਨੇ ਵੇਖਿਆ ਅਤੇ ਸੁਣਿਆ ਹੈ ਉਹ ਉਸ ਦੀ ਸਾਖੀ ਦਿੰਦਾ ਹੈ। जो कुछ उसने देखा ਸੁਣਿਆ ਹੈ और जो कुछ उसने सुनया ਉਹਦੀ ਸਾਖੀ ਦਿੰਦਾ ਹੈ उसकी वो गवाही देंदा है। अगे ਅਤੇ ਉਹਦੀ ਸਾਖੀ ਕੋਈ ਨਹੀਂ ਮੰਨਦਾ। उसकी साखी कोई नहीं मानता। ਜਿਸ ਨੇ ਉਹਦੀ ਸਾਖੀ ਮੰਨ ਲਈ ਉਸਨੇ ਮੋਹਰ ਕੀਤੀ ਹੈ ਜੋ ਪਰਮੇਸ਼ਰ ਸੱਤ ਹੈ। ਜਿਹਨੂੰ ਪਰਮੇਸ਼ਰ ਨੇ ਭੇਜਿਆ ਹੈ ਸੋ ਪਰਮੇਸ਼ਰ ਦੀਆਂ ਗੱਲਾਂ ਬੋਲਦਾ ਹੈ। जिसनु परमेश्वर ने कल्या है वो परमेश्वर दियां गल्लां बोलदा है। Jesus spoke the word of God। परमेश्वर दियां गल्लां नु यीशु मसीह बोलदा रहा। पिता दियां गल्लां नु यीशु मसीह बोलदा रहा। और बारंबार तुसी मैं तुहानू पहले कहा यीशु मसीह दी परीक्षा जदों शैतान ने कीती, यीशु मसीह ने कहा इस तरह लिखिया होया है, ऐसा लिखा हुआ है। व्यवस्था विवरण 8 बाब दे विचों बोल रहा सी, ऐसा लिखा हुआ है, ऐसा लिखा हुआ है, ऐसा लिखा हुआ है। मतलब वो गवाही नु पक्का कर रहा सी।
ਸਾਡਾ ਪ੍ਰਭੂ ਯਿਸੂ ਮਸੀਹ ਸੱਚਾ ਗਵਾਹ ਹੈ। हालेलुया। ਗਵਾਹੀ ਕਿਹੜੀ ਗੱਲ ਦੇ ਵਿੱਚ ਹੈ? ਇੱਕ ਵਾਅਦੇ ਨੂੰ ਪੂਰਾ ਕਰਨ ਦੇ ਲਈ ਉਹ ਗਵਾਹ ਹੈ। ਦੂਸਰਾ ਜਿਨ ਮੈਨੂੰ ਬਹੁਤ ਅੱਛਾ ਲੱਗਦਾ ਹੈ ਵਚਨ ਤੋਂ, ਮਲਾਕੀ ਦੀ ਕਿਤਾਬ 2 ਬਾਬ 14 ਤੋਂ 16 ਇਹਨੂੰ ਪੜੋ। ਮਲਾਕੀ 2 ਬਾਬ 14 ਤੋਂ 16। ਅਤੇ ਤੁਸੀਂ ਆਖਦੇ ਹੋ ਕਿ ਸਬਬ ਹੈ। ਸਬਬ ਇਹ ਹੈ ਕਿ ਯਹੋਵਾ ਤੇਰੇ ਵਿੱਚ ਅਤੇ ਤੇਰੀ ਜਵਾਨੀ ਦੀ ਤੀਵੀਂ ਵਿੱਚ ਗਵਾਹ ਹੈ। ਹਾਂ ਕਿਉਂ ਜੋ ਤੈਂ ਉਸ ਦੇ ਨਾਲ ਬੇਪਰਤੀਤੀ ਕੀਤੀ, ਹਾਂ। ਭਾਵੇਂ ਉਹ ਤੇਰੀ ਸਾਥਣ ਅਤੇ ਤੇਰੇ ਨੇਮ ਦੀ ਤੀਵੀਂ ਹੈ। ਹਾਂ। ਕਿ ਉਸਨੇ ਇੱਕ ਨੂੰ ਹੀ ਨਹੀਂ ਰਚਿਆ, ਕਿ ਉਸ ਲਈ ਰੂਹ ਬਾਕੀ ਨਹੀਂ, ਫਿਰ ਇੱਕ ਨੂੰ ਹੀ ਕਿਉਂ? ਉਹ ਪਰਮੇਸ਼ਰ ਦੀ ਨਸਲ ਚਾਹੁੰਦਾ ਸੀ। ਸੋ ਤੁਸੀਂ ਆਪਣੀਆਂ ਆਤਮਾ ਵਿੱਚ ਖਬਰਦਾਰ ਰਹੋ ਅਤੇ ਤੂੰ ਆਪਣੀ ਜਵਾਨੀ ਦੀ ਤੀਵੀਂ ਦੀ ਬੇਪਰਤੀਤੀ ਨਾ ਕਰ। ਕਿਉਂ ਜੋ ਯਹੋਵਾ ਇਸਰਾਇਲ ਦਾ ਪਰਮੇਸ਼ਰ ਆਖਦਾ ਹੈ, ਮੈਨੂੰ ਤਿਆਗ ਪੱਤਰ ਤੋਂ ਘਿਣ ਆਉਂਦੀ ਹੈ। ਬਸ ਕਹਿੰਦਾ ਕਿ ਪਰਮੇਸ਼ਵਰ ਜਦੋਂ 2 ਜਣਿਆਂ ਦਾ ਵਿਆਹ ਹੁੰਦਾ ਹੈ, ਉਹਨਾਂ ਦੇ ਵਿੱਚ ਉਹ ਗਵਾਹ ਬਣਦਾ ਹੈ। ਐਸਾ ਲਿਖਿਆ ਹੈ? जी। ਵਾਹ। ਕੀ ਬਣਦਾ ਹੈ? गवाह बनता है। ਜਦੋਂ ਮੈਰਿਜ ਰਜਿਸਟਰਾਰ, ਜਦੋਂ ਸ਼ਾਦੀ ਹੁੰਦੀ ਹੈ ਨਿਕਾਹ ਦੇ ਵੇਲੇ, ਉੱਥੇ ਦੁਲਹਾ ਦੁਲਹਨ ਵੀ ਸਾਈਨ ਕਰਦੇ ਔਰ ਗਵਾਹ ਵੀ ਸਾਈਨ ਕਰਦੇ, ਇੱਕ ਦੁਲਹਾ ਦੇ ਵੱਲੋਂ ਇੱਕ ਦੁਲਹਨ ਦੇ ਵੱਲੋਂ, ਕਿ ਹਾਂਜੀ ਅਸੀਂ ਇੱਥੇ ਹੈਗੇ ਸੀ ਜੀ, ਅਸੀਂ ਗਵਾਹ ਕਿ ਇਹਨਾਂ ਦੀ ਸ਼ਾਦੀ ਸਾਡੇ ਸਾਹਮਣੇ ਹੋਈ ਹੈ। ਲੇਕਿਨ ਇੱਕ ਸਾਈਨ ਰਹਿ ਗਿਆ। ਉਹ ਸਾਈਨ ਨਾ ਤੁਸੀਂ ਵੇਖਿਆ ਨਾ ਮੈਂ ਵੇਖਿਆ, ਲੇਕਿਨ ਖੁਦਾ ਨੇ ਵੇਖਿਆ। ਉਹ ਪ੍ਰਭੂ ਨੇ ਕਰ ਦਿੱਤਾ ਸਾਈਨ। ਜਦੋਂ ਹੱਥ ਜੋੜੇ, ਦਿਲ ਜੋੜੇ, ਉਦੋਂ ਖੁਦਾ ਗਵਾਹ ਬਣ ਕੇ ਸਾਈਨ ਕਰ ਰਿਹਾ ਹੈ ਕਿ ਮੈਂ ਇਹਨਾਂ ਦੋਨਾਂ ਦੇ ਵਿਚਕਾਰ ਕੀ ਆ, ਗਵਾਹ ਆ। गवाह। हालेलुया। ਪਿਆਰੇ ਅਜ਼ੀਜ਼ੋ, ਖੁਦਾ ਨੇ ਤੁਹਾਨੂੰ ਜੋੜਿਆ ਹੈ। ਐਸਾ ਰਿਸ਼ਤਾ ਪਤੀ ਔਰ ਪਤਨੀ ਨੂੰ ਖੁਦਾ ਨੇ ਜੋੜਿਆ ਹੈ। ਤੁਸੀਂ ਉਹਦੀ ਗਵਾਹੀ ਨੂੰ ਝੂਠਾ ਨਹੀਂ ਕਰਨਾ। ਉਹਦੀ ਗਵਾਹੀ ਨੂੰ झूठा नहीं करना। ਬੋਲੋ, ਕਿਉਂਕਿ ਤੁਹਾਨੂੰ ਜੋੜਨ ਵਾਲਾ ਪਰਮੇਸ਼ਵਰ ਹੈ। ਜੇ ਉਸਨੇ ਜੋੜਿਆ ਤੇ ਗਵਾਹ ਉਹ ਹੈ। ਜੇ ਅਸੀਂ ਅਲੱਗ ਹੁੰਦੇ ਆ ਤੇ ਅਸੀਂ ਉਹਨੂੰ ਝੂਠਾ ਕਰਦੇ ਆ। ਮੇਰੇ ਪਿਆਰੇ ਅਜ਼ੀਜ਼ੋ, ਤੁਹਾਡੇ ਪਰਿਵਾਰਾਂ ਦੇ ਅੰਦਰ, ਕਲੀਸਿਆ ਦੇ ਅੰਦਰ ਤੁਹਾਡਾ ਗਵਾਹ ਵਫਾਦਾਰ ਪਰਮੇਸ਼ਵਰ ਹੈ, ਵਿਸ਼ਵਾਸਯੋਗ ਗਵਾਹ ਹੈ। ਹਾਲੇਲੂਇਆ। हालेलुया। ਤੁਹਾਡੇ ਜੀਵਨ ਦੀ ਗਵਾਹੀ ਦੇਣ ਵਾਸਤੇ ਉਹ ਖੜਾ ਹੈ। ਕਿੰਨੀ ਵੱਡੀ ਗੱਲ ਹੈ। ਤੁਹਾਡੇ ਬਾਰੇ ਗਵਾਹੀ ਦੇਣ ਦੇ ਲਈ ਉਹ ਖੜਾ ਹੈ ਕਿ ਇਹ ਮੇਰਾ ਬੇਟਾ, ਇਹ ਮੇਰੀ ਬੇਟੀ ਹੈ। ਜਦੋਂ ਪੱਥਰ ਮਾਰ ਕੇ ਸਤੀਫਾਨੋਸ ਨੂੰ ਮਾਰ ਰਿਹਾ ਸੀ, ਯਿਸੂ ਮਸੀਹ ਖੜਾ ਹੋਇਆ। ਲਿਖਿਆ ਕਿਉਂ ਖੜਾ ਹੋਇਆ? ਕਬੂਲ ਕਰਨ ਦੇ ਵਾਸਤੇ ਵੀ ਖੜਾ ਹੋਇਆ, ਕਿਉਂਕਿ ਉਹ ਮਸੀਹ ਦੇ ਨਾਮ ਦੇ ਕਰਕੇ ਜੋ ਦੁੱਖ ਨੂੰ ਚੱਲ ਰਹੇ ਸਨ, ਮਸੀਹ ਦੇ ਯਿਸੂ ਦੇ ਆਪਣੇ ਪਿਤਾ ਦੇ ਸੱਜੇ ਹੱਥ ਬੈਠਾ ਹੋਇਆ ਹੈ। ਲੇਕਿਨ ਜਦੋਂ ਸਤੀਫਾਨੋਸ ਪੱਥਰਵਾਹ ਕੀਤਾ ਜਾ ਰਿਹਾ ਸੀ, ਯਿਸੂ ਮਸੀਹ ਆਪਣੀ ਜਗ੍ਹਾ 'ਚ ਬੈਠਾ ਨਹੀਂ ਰਿਹਾ। ਉਸਨੇ ਕਿਹਾ ਕਿ ਮੈਂ ਗਵਾਹ ਹਾਂ, ਮੇਰਾ ਬੇਟਾ ਹੈ, ਇਹ ਮੇਰੀ ਸੰਤਾਨ ਹੈ। ਮੈਂ ਇਸ ਨੂੰ ਕਬੂਲ ਕਰਨ ਦੇ ਲਈ ਬੈਠਾ ਨਹੀਂ ਰਹਾਂਗਾ, ਮੈਂ ਇਸ ਨੂੰ ਕਬੂਲ ਕਰਨ ਦੇ ਲਈ ਖੜਾ ਹੋ ਜਾਵਾਂਗਾ। हालेलुया। ਉਹ ਸਾਡਾ ਗਵਾਹ ਹੈ। आमेन। ਉਹ ਸਾਡਾ ਗਵਾਹ ਹੈ। ਹਾਲੇਲੂਇਆ। हालेलुया। ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਗਵਾਹ ਬਣ ਕੇ ਆਣਗੇ। ਜਿਸ ਤਰ੍ਹਾਂ ਮੈਂ ਕਿਹਾ, ਵਿਚਾਰੀ ਔਰਤ ਨੂੰ ਜਦੋਂ ਲੋਕ ਫੜ ਕੇ ਆਏ, ਉਹ ਗਵਾਹ ਸੀ, ਕਿਉਂਕਿ ਉਹਨਾਂ ਨੇ ਫੜਿਆ, ਰੰਗੇ ਹੱਥ ਫੜਿਆ, ਗਵਾਹ ਸਨ, ਗਵਾਹ ਸਨ। ਲੇਕਿਨ ਯਿਸੂ ਮਸੀਹ ਨੇ ਜਦੋਂ ਉਸ ਨੂੰ ਉਹਦੇ ਪਾਪ ਤੋਂ ਛੁੱਟੀ ਦੇਤੀ, ਫਿਰ ਉਹਦੀ ਗਵਾਹੀ ਦੇ ਸਾਹਮਣੇ ਕੋਈ ਵੀ ਖੜਾ ਹੋ ਨਹੀਂ ਸਕਿਆ। ਜਦੋਂ ਖੁਦਾ ਤੁਹਾਨੂੰ ਸ਼ੁੱਧ ਕਰੇ, ਜਦੋਂ ਖੁਦਾ ਤੁਹਾਡਾ ਗਵਾਹ ਬਣੇ, ਫਿਰ ਉਹਦੀ ਗਵਾਹੀ ਦੇ ਸਾਹਮਣੇ ਕੋਈ ਹੋਰ ਖੜਾ ਹੋ ਨਹੀਂ ਸਕਦਾ। ਉਹ ਸਾਡਾ ਵਫਾਦਾਰ ਗਵਾਹ ਹੈ। हालेलुया। ਜਿਹਦਾ ਕੋਈ ਗਵਾਹ ਨਾ ਹੋਵੇ, ਖੁਦਾ ਤੁਹਾਡਾ ਗਵਾਹ ਬੰਨੇ ਪਾਏ। आमेन। ਖੁਦਾ ਤੁਹਾਡਾ ਟੈਸਟਮਨੀ, ਤੁਹਾਡੇ ਜੀਵਨ ਦਾ ਸਭ ਤੋਂ ਵੱਡੀ ਗਵਾਹੀ ਖੁਦਾ ਦੇਣੇ ਪਾਏ। ਹਾਲੇਲੂਇਆ। हालेलुया। ਇਸ ਲਈ ਤੁਸੀਂ ਪ੍ਰਭੂ ਦੇ ਅਨੁਗ੍ਰਹਿ ਔਰ ਉਹਦੀ ਪਹਿਚਾਨ ਦੇ ਵਿੱਚ ਵੱਧਦੇ ਜਾਓ। ਆਖਰੀ ਪ੍ਰਕਾਸ਼ ਦੀ ਪੋਥੀ 19 ਬਾਬ ਉਹਦੀ 11 ਆਇਤ ਨੂੰ ਪੜ੍ਹੀਏ। 5ਵਾਂ ਪ੍ਰਕਾਸ਼ ਦੀ ਪੋਥੀ 19 ਬਾਬ ਉਸ ਦੀ 11 ਆਇਤ ਨੂੰ ਪੜ੍ਹੀਏ। ਮੈਂ ਆਕਾਸ਼ ਨੂੰ ਖੁੱਲਾ ਹੋਇਆ ਵੇਖਿਆ ਤਾਂ ਕੀ ਵੇਖਦਾ ਹਾਂ, ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹਦਾ ਸਵਾਰ ਵਫਾਦਾਰ ਅਤੇ ਸੱਚਾ ਸਦਾਉਂਦਾ ਹੈ। ਹਾਂ। ਅਤੇ ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ। ਬਸ ਆਖਰੀ ਗੱਲ, ਉਹ ਵਫਾਦਾਰ ਜਿੱਤ ਦੇਣ ਵਾਲਾ ਹੈ। हालेलुया। He is the faithful conqueror। ਉਹ ਵਿਸ਼ਵਾਸਯੋਗ ਹੈ, ਜੇਤੂ,
परमेश्वर है वो जित देगा। आमेन। यीशु मसीह शांति का राजकुमार भी है, लेकिन वो एक ऐसा विजेता है जेड़ा हर दुश्मन को हराएगा और अपने राज ਨੂੰ स्थापित करेगा। हालेलुया। यीशु मसीह ਜਦੋਂ ਆਇਆ ਉਹ ਪਰਮੇਸ਼ਰ ਦਾ ਮੇਮਣਾ ਬਣ ਕੇ ਆਇਆ, ਲੇਕਿਨ ਇੱਕ ਦਿਨ ਉਹ ਆਏਗਾ ਚਿੱਟੇ ਘੋੜੇ ਦੇ ਉੱਤੇ ਸਵਾਰ ਹੋ ਕੇ ਆਏਗਾ। ਉਹ ਵਫਾਦਾਰ ਔਰ ਸਚਾਈ ਹੈ। ਉਹ ਜਦੋਂ ਆਏਗਾ ਉਹਦੇ ਪਿੱਛੇ ਸਾਰੇ ਸਫੇਦ ਮਲਮਲ ਪਹਿਨੇ ਹੋਏ ਚਿੱਟੇ ਘੋੜੇ ਦੇ ਉੱਤੇ ਸਵਾਰ ਲੋਕ ਆਣਗੇ। ਲਿਖਿਆ ਉਹਦਾ ਨਾਮ ਰਾਜੇ, ਉਹਦੇ ਵਸਤਰ ਦੇ ਉੱਤੇ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਲਿਖਿਆ ਹੋਇਆ ਆਏਗਾ। आमेन। चिट्टे कोड़े ते सवार होके वो आएगा, वो राजा बन के आएगा, हालेलुया। राज करन दे लई आएगा। मेरे प्यारे अजीजो, असी जेतू हाँ इसलिए नहीं कि साड़ी कोई खूबी है, असी जेतू हाँ क्योंकि वो वफादार आमेन। जित दिलान वाला परमेश्वर है। हालेलुया। वो वफादार है जिसने हर मौत ते फतेह पाई। वो वफादार जेतू है जिसने हर हालात उत्ते जित नूं पाया। वो ऐसा जेतू है जिसने शैतान दी हर चाल नूं फेल करके शैतान दे सिर नूं कुचलिया है। तुसी हारे होए नहीं, तुसी जेतू परमेश्वर दी संतान हो। वो वफादार है। हालेलुया। जिन्हें जित दिती है वो तुहानूं जित देगा कि हार देगा? जित देगा। मैं कई बारी ऐसा वेखदा, छोटे छोटे बच्चे ਜਦੋਂ ਗਲੀਆਂ 'ਚ ਚੱਲਦੇ ਨੇ, ਕੁੱਤਾ ਸਾਹਮਣੇ ਆ ਜਾਏ ਤੇ ਭੱਜ ਜਾਂਦੇ। ਕੁੱਤਾ ਸਾਹਮਣੇ ਆ ਜਾਏ ਭੱਜ ਜਾਂਦੇ। ਪਰ ਜੇ ਉਸੇ ਗਲੀ ਦੇ ਵਿੱਚ ਉਹਦੇ ਮਾਂ ਜਾਂ ਉਹਦਾ ਡੈਡੀ ਲਾਗੇ ਆ ਜਾਏ ਤੇ ਇੱਕਦਮ ਉਹਨਾਂ ਦੇ ਮਗਰ ਜਾ ਕੇ ਛਿਪ ਜਾਂਦੇ ਐ ਔਰ ਫਿਰ ਜਾ ਕੇ ਕੁੱਤੇ ਨੂੰ ਵੱਟਿਆ ਮਾਰਦੇ। ਕਿਉਂ? ਉਹਨਾਂ ਦਲੇਰੀ ਆ ਜਾਂਦੇ, ਮੇਰੇ ਮੰਮੀ ਮੇਰੇ ਨਾਲ ਹੈ, हालेलुया। ਮੇਰਾ ਡੈਡੀ ਮੇਰੇ ਨਾਲ ਹੈ, आमेन। ਮੇਰੇ ਵੱਡੇ ਮੇਰੇ ਨਾਲ ਹੈ, ਹੁਣ ਮੈਨੂੰ ਕੋਈ ਖਤਰਾ नहीं है। ਬਸ ਐਸਾ ਹੀ ਹੈ। ਅਸੀਂ ਜਦੋਂ ਇਕੱਲੇ ਆ ਛੋਟੇ ਛੋਟੇ ਕੁੱਤਿਆਂ ਤੋਂ ਵੀ ਡਰਾਂਗੇ, ਪਰ ਜਦੋਂ ਯੀਸ਼ੂ ਸਾਡੇ ਨਾਲ ਹੈ ਸਾਨੂੰ ਫਿਰ ਕਿਸੇ ਦਾ ਡਰ ਨਹੀਂ, ਲੋੜ ਨਹੀਂ। ਸਾਨੂੰ ਪਤਾ ਉਹ ਸਾਡੇ ਨਾਲ ਹੈ, ਸਾਨੂੰ ਦਲੇਰੀ ਆਪੇ ਮਿਲ ਜਾਂਦੀ ਹੈ। हालेलुया। ਹਾਲੇਲੂਇਆ। हालेलुया। ਸਾਨੂੰ ਡਰਨ ਦੀ ਕੋਈ ਲੋੜ ਨਹੀਂ। ਉਹ ਵਿਜੇਤਾ है, आमेन। वो जित देने वाला परमेश्वर है, वफादार है। आइए इसे सारे अपने खंड बंद करिए। हालेलुया, 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 हालेलुया। थैंक यू लॉर्ड, थैंक यू जीसस। ओ वफादार सिरजनहार है। पतरस कहता है वफादार सिरजनहार दे वाल तकदे रहो। वफादार सिरजनहार तुहाडी मदद करेगा। मसीह दे करके तुसी निंदित हुंदे हो, तुसी इस नूं अनोखी गल ना समझना, पर इस नूं आनंद दी गल समझो। ओ वफादार सिरजनहार तुहाडी भी सहायता करेगा। तुसी मसीह दे करके दुखी हुंदे हो, मसीह दे करके निंदा हुंदी है, मसीही कहलाए दे करके शर्मिंदा निरादरी हुंदी है, दुख दा अग्नि दे विचों दी हो के लंघदे हो, घबराना नहीं, तुसी महिमा नूं पाओगे। ओ वफादार सिरजनहार तुहाडी लोड़ नूं पूरा करेगा। ओ वफादार है, ओ वफादार महायाजक है जिहड़ा तुहाडे निर्बलताई दे विच दर्दी होया, तुहाडे निर्बलताई दे विच तुहानूं छड्डेगा नहीं। ओ जानदा है, महायाजक है, तुहाडा महायाजक है। ओ हर हालात दे विचों दी होके लंघिया है। ओ जानदा है दुख की है, ओ जानदा है आंसू की है, ओ जानदा है गम की है, ओ जानदा है विछोड़ा की है, ओ जानदा है आज्ञाकारी की है, ओ जानदा है कि तोमतां की हन, ओ जानदा है परीक्षा की है, ओ जानदा है शैतान दे हूरे वजदे ने ते किवें वजदे ने, ओ जानदा है तुहाडी कमर दी दर्द, ओ जानदा है तुहाडे हत्थां दी पीड़ नूं, ओ जानदा है तुहाडे पैरां दे दर्द नूं, ओ जानदा है एक एक अंग नूं, ओ जानदा है तुहाडा चेहरा विगड़ गया, ओ कहंदा मैं जानदा हां पर मैं इहदे विचों दी कढ दिआंगा। ओ वफादार महायाजक, वो वफादार एडवोकेट है। शैतान जो दोष लगाने के लिए आएगा, यीशु तुम्हारी वकालत लिए खड़ा होएगा। शैतान दोष लगाने के लिए आएगा, इसने एक काम किया, इसने इस तरह गलत होया, उस तरह गलत होया, यीशु तुम्हारे लिए खड़ा होएगा और शैतान को डांटेगा।
जिवें यहोशू महायाजक नूं शैतान दोष लगाने लिए आया, परमेश्वर ने उसनूं डांटिया। खुदा वफादार वकालत करेगा। वो वफादार जित दिलाने वाला है। तुसी हारे हुए नहीं हो, घबराना नहीं, तुसी हारे हुए नहीं हो। वो जित दिलाने वाला परमेश्वर है। इस साल खुदा तुहानू जित देवेगा। इस साल खुदा तेनू जित देवेगा। इस साल जेड़े हाथ च तू हाथ, जेड़े काम च तू हाथ पाएगा, तू हारेगा नहीं, तेनू खुदा जित देगा। तेनू जित देवेगा, तेनू जित देवेगा। हालेलुया। यीशु जो हर हालात विचों निकल आया, वो वफादार परमेश्वर है। कलाम दे च लिखिया, एक मां भी अपने दुध चुंगदे बच्चे नूं छड़ सकदी है, भुल सकदी है, परंतु मैं तेनू कदे भी नहीं छड्डांगा, मैं तेनू कदे भी नहीं भुलांगा। मेरा परमेश्वर तेनू कदे भी नहीं भुलेगा। तुसीं उहदी शरण दे विच आए हो। वो वफादार परमेश्वर है। वो वायदियां दे विच वफादार है। तेनू छुड़ाने दे लई वफादार है, तेनू बचाने दे लई वफादार है। रबा लबा शाखमदाला रबादा इकमदाला रोमाना मखोरिया रबा शथा रबा नमानरा हमदला रबा 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 कमदला रबियाना रबा रबा को रबा रबौडा इकमदला रिवाल बका शाखमदाला रिया माना मासोथु रूबाला रबा रबौडा इकंदरिया नामा खो हाबदाला रमानिया रबा खो रिवाला बौडा। प्यारे खुदावंद, असी बेवफा हो जाने पर तुसी वफादार हो। कई गल्लां दे विच असी घबरा जाने पर तुसी वफादार परमेश्वर हो। ए खुदावंद, जिसने सानू जिंदगी दी, जिसने सानू बनाया, जिसने साडी सृष्टि की थी, जिसने सानू पल पल रखा है, जिसने सानू अपनी जगह दे विच खड़ा किया है, तू वफादार है, तू सानू संभालेगा।